ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਿਗੁਰ ਆਇਓ ਸਰਣ ਤੁਹਾਰੀ, ਮਿਲੈ ਸੁਖ ਨਾਮ ਹਰਿ ਸੁਹਬਾ। चिंता लाहे हमारी, अब हम चली ठाकुर पहहार। जब हम शरण प्रभु की आई, राख प्रभु पावै मार। तन 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 जन आया, जिस प्रसाद सब जगत तराया। जन आवन काय है सुआओ, जन कै संग चित आवे नाओ। सिख हो शब्द प्यारे हो, जन्म मरण की टेक। मुखी उजल सदा सुखी, नानक सिमरत एक। सेवक के ओढ़क निभही प्रीत। जीवत साहिब सेव्यो अपना, चलते राख्यो चीत। रत्ते सेई जे मुख ना मोड़न, जिनी संजाता साई। चढ़ चढ़ पव दे कच्चे बिरही, जिना कार न आई। बेसुमार था अगनत तोलै, जो बुलावो त्यो नानक दास बोलै। सतनाम वाहिगुरु साहिब जी। कबीर सूता क्या करहे, उठ के ना जपहे मुरार। एक दिन सोवन होए गो, लांबे गोड पसार। कबीर सूता क्या करहे, बैठा रहो अर जाग। जाके संग ते बीशुरा, ताही के संग लाग। जाके संग ते बीशुरा, ताही के संग लाग। वाहिगुरु जी का खालसा, वाहिगुरु जी की फतेह। धन धन सतगुरु गुरु गरीब निवाज, किरपा निध
ਦਇਆਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਾਮਤ ਹੈ, ਅਥਾਹ ਬਖਸ਼ਿਸ਼ ਹੈ ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ, ਦਇਆ ਭਰੀ, ਬਖਸ਼ਿਸ਼ ਭਰੀ ਨਵਾਜ਼ਿਸ਼ ਕਰਕੇ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਤ ਸੰਗਤ ਰੂਪ ਵਿੱਚ ਜੁੜ ਬੈਠ ਕੇ ਗੁਰੂ ਸ਼ਬਦ ਦੇ ਨਾਲ ਆਪਣੀ ਸੁਰਤ ਨੂੰ ਜੋੜਦਿਆਂ ਹੋਇਆਂ ਆਪਣੇ ਮਨੁੱਖਾ ਜੀਵਨ ਨੂੰ ਗੁਰੂ ਕੀ ਕਾਰ ਕਮਾ ਕੇ ਸਫਲ ਕਰਨ ਦਾ ਅਵਸਰ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਹੈ ਜੀ। ਬੜੇ ਸੁਭਾਗਸ਼ਾਲੀ ਹੋ ਜੋ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨੂੰ ਗੁਰ ਹਜ਼ੂਰੀ ਦੇ ਵਿੱਚ ਜੁੜ ਬੈਠ ਕੇ ਗੁਰਸਿੱਖੀ ਦੀ ਸਾਧਨਾ ਦੇ ਜ਼ਰੀਏ ਕਮਾਉਣ ਦਾ ਯਤਨ ਕਰ ਰਹੇ ਹੋ ਜੀ। ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਲੜੀਵਾਰ ਸ਼ਲੋਕਾਂ ਦੀ ਆਪ ਦੀ ਵਿਆਖਿਆ ਸ਼ਰਵਣ ਕਰਕੇ ਗੁਰੂ ਬਖਸ਼ਿਸ਼ ਦੇ ਪਾਤਰ ਬਣ ਰਹੇ ਸੀ। ਪਾਵਨ ਬਾਣੀ ਦੀ ਵਿਆਖਿਆ ਦੇ ਨਾਲ ਲੜੀਵਾਰ ਰੂਪ ਦੇ ਵਿੱਚ, ਵਿਚਾਰ ਰੂਪ ਦੇ ਵਿੱਚ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਸੂਤਾ ਕਿਆ ਕਰਹਿ, ਉੱਠ ਕੇ ਨਾ ਜਪਹਿ ਮੁਰਾਰ। ਭਗਤ ਸਾਹਿਬ ਭਗਤ ਕਬੀਰ ਸਾਹਿਬ ਜੀ ਤਿਨਾਂ ਦੇ ਪਾਵਨ ਉਚਾਰਨ ਸ਼ਲੋਕਾਂ ਦੀ ਲੜੀ ਦੇ ਅੰਤਰਗਤ ਇਸ ਤੋਂ ਪਹਿਲੇ ਸ਼ਲੋਕਾਂ ਦੇ ਵਿੱਚ ਆਪ ਜੀ ਨੇ ਉਪਦੇਸ਼ ਬਖਸ਼ਿਸ਼ ਸ਼ਰਵਣ ਕੀਤਾ ਸੀ ਕਿ ਮਨੁੱਖ ਜੀਵਨ ਦੇ ਵਿੱਚ ਮਾਇਆ ਦੀ ਗਫਲਤ ਦੇ ਅਧੀਨ ਹੋ ਕੇ ਜੀਵਨ ਦੇ ਪਰਮ ਮਨੋਰਥ ਨੂੰ, ਜਿਸ ਨੂੰ ਕਿਸੇ ਬੰਦਗੀ ਦੇ ਧਨ ਦੇ ਨਾਲ, ਜਿਸ ਨੂੰ ਗੁਣਾਂ ਦੀ ਰਾਸ ਪੱਲੇ ਬੰਨ੍ਹ ਕੇ ਸ਼ੁਭ ਕਰਮਾਂ ਦੇ ਨਾਲ ਅਤੇ ਆਪਣੇ ਆਤਮਿਕ ਜੀਵਨ ਦੀ ਸ਼ਨਾਖਤ ਕਰਕੇ ਸਫਲ ਕਰਨਾ ਹੁੰਦਾ ਹੈ। ਮਨੁੱਖ ਇਹਨਾਂ ਸਾਰੇ ਪੱਖਾਂ ਨੂੰ ਵਿਸਾਰ ਕੇ ਅਤੇ ਗਫਲਤ ਵਿੱਚ ਜਿਉਂਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਮਨੁੱਖ ਤੇਰਾ ਜਿਹੜਾ ਸੌਣਾ ਹੈ, ਸਰੀਰਕ ਸੌਣਾ ਤਾਂ ਠੀਕ ਹੈ ਕਿ ਆਰਾਮ ਚਾਹੀਦਾ ਹੈ, ਤਾਜ਼ਗੀ ਚਾਹੀਦੀ ਹੈ, ਥਕਾਵਟ ਤੋਂ ਰਹਿਤ ਹੋਣਾ ਹੈ, ਪਰ ਜਿਹੜੀ ਮਨ ਮਸਤਕ 'ਤੇ ਇੱਕ ਖਾਸ ਤਰ੍ਹਾਂ ਦੀ ਗਫਲਤ ਵਾਲੀ ਨੀਂਦ ਛਾਈ ਹੈ, ਬੇਹੋਸ਼ੀ ਛਾਈ ਹੋਈ ਹੈ ਕਿ ਜੀਵਨ ਦਾ ਕਿਤਨਾ ਵੱਡਾ ਖੇਲ ਆਲੇ ਦੁਆਲੇ ਵਾਪਰ ਰਿਹਾ ਹੈ, ਜਾਂ ਜੀਵਨ ਦੀ ਜਿਹੜੀ ਸੂਝ ਗੁਰੂ ਸ਼ਬਦ ਤੋਂ ਪ੍ਰਾਪਤ ਹੋਣੀ ਹੈ ਉਸ ਨੂੰ ਪ੍ਰਾਪਤ ਕਰ ਤਾਂ ਕਿ ਤੈਨੂੰ ਕੁਝ ਗਫਲਤ ਤੋਂ ਜਾਗ ਆਵੇ ਅਤੇ ਫਿਰ ਤੈਨੂੰ ਆਪਣਾ ਜੀਵਨ ਮਾਲੂਮ ਹੋਵੇ। ਜਦੋਂ ਜੀਵਨ ਜਾਗੇਗਾ ਗੁਰੂ ਸ਼ਬਦ ਦੇ ਨਾਲ, ਫਿਰ ਜੀਵਨ ਜਿਉਣਾ ਆਸਾਨ ਨਹੀਂ ਹੋਏਗਾ। ਫਿਰ ਜੀਵਨ ਜਿਉਣਾ ਜਾਗਣ ਤੋਂ ਬਾਅਦ ਤਾਂ ਹੀ ਆਸਾਨ ਹੋਏਗਾ ਜੇ ਜਾਗਿਆਂ ਵਾਲੇ ਕਰਮ ਰਹਿਣਗੇ, ਨਹੀਂ ਤਾਂ ਜਾਗਣਾ ਵੀ ਇੱਕ ਤਰ੍ਹਾਂ ਦੀ ਮੁਸ਼ਕਿਲ ਹੁੰਦੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਸਾਡਾ ਜੀਵਨ ਕਾਲ ਦੀ ਮਾਰ ਹੇਠ ਹੈ, ਇਸ ਕਰਕੇ ਗਫਲਤ ਵਿੱਚ ਨਹੀਂ ਸੁੱਤੇ ਰਹਿਣਾ ਚਾਹੀਦਾ। ਇਸੇ ਪ੍ਰਕਾਰ ਬਖਸ਼ਿਸ਼ ਕਰਦੇ ਹਨ। ਕਬੀਰ ਸੂਤਾ ਕਿਆ ਕਰਹਿ, ਉੱਠ ਕੇ ਨਾ ਜਪਹਿ ਮੁਰਾਰ। ਦੋਵੇਂ ਭਾਵ ਇਸ ਸ਼ਬਦ ਦੇ ਆਪਦੇ ਸਨਮੁਖ ਰੱਖਣ ਦਾ ਯਤਨ ਕਰਾਂਗਾ। ਭਗਤ ਕਬੀਰ ਸਾਹਿਬ ਜੀ ਨੇ ਸ਼ਬਦ ਵਰਤਿਆ ਹੈ ਕਬੀਰ ਸੂਤਾ ਕਿਆ ਕਰਹਿ। ਸੌਂ ਰਿਹਾ ਹੈ ਮਨੁੱਖ, ਸਰੀਰ ਦਾ ਵਿਰਾਮ ਪੂਰਾ ਹੋ ਗਿਆ ਹੈ ਅਤੇ ਜਿਹੜਾ ਅਧਿਆਤਮ ਨੇ ਉੱਚ ਕਰਮ ਦਾ ਵੇਲਾ ਮੰਨਿਆ ਹੋਇਆ ਹੈ, ਬੰਦਗੀ ਕਰਮ ਦਾ ਇੱਕ ਵੇਲਾ ਨਿਸ਼ਚਿਤ ਕੀਤਾ ਹੋਇਆ, ਦੁਨੀਆ ਭਰ ਦੇ ਸਾਧਕਾਂ ਨੇ ਇਸ ਵੇਲੇ ਦੀ ਬੰਦਗੀ ਦੇ ਵਿੱਚ ਜਿਹੜੀ ਸਹਾਇਤਾ ਜਾਂ ਮਨੁੱਖ ਦੀ ਜਿਹੜੀ ਧਿਆਨ ਇਕਾਗਰਤਾ ਬਣਦੀ ਹੈ, ਉਹਦੀ ਮਹੱਤਤਾ ਨੂੰ ਆਪੋ ਆਪਣੇ ਅਨੁਭਵ ਦੁਆਰਾ ਪ੍ਰਗਟ ਕੀਤਾ ਹੈ। ਇਸ ਕਰਕੇ ਤੇਰਾ ਸੌਣਾ ਇਤਨਾ ਲੰਮਾ ਕਿਉਂ ਹੋਈ ਜਾ ਰਿਹਾ ਹੈ? ਤੈਨੂੰ ਪ੍ਰਕਿਰਤੀ ਦੇ ਨਾਲ ਇੱਕ ਸੁਰਤਾ ਨਹੀਂ ਹੋ ਰਹੀ। ਪ੍ਰਕਿਰਤੀ ਨੇ ਰਾਤ ਦੇ ਆਖਰੀ ਪਹਿਰ ਦੇ ਵਿੱਚ ਉਜਾਲਾ ਉਤਰਨਾ ਸ਼ੁਰੂ ਹੋ ਗਿਆ। ਦਿਨ ਦਾ ਉਜਾਲਾ ਜਿਹੜਾ ਹੈ ਉਹ ਜਦ ਅਸੀਂ 3 ਤੋਂ 6 ਵਜੇ ਦਾ ਸਮਾਂ ਹੈ, ਇਸ ਪਹਿਰ ਦੇ ਵਿੱਚ ਪੂਰੀ ਤਰ੍ਹਾਂ ਦਿਨ ਦਾ ਉਜਾਲਾ ਜਿਹੜਾ ਲਾਸਟ ਪਹਿਰ ਦੇ ਵਿੱਚ ਲੱਗ ਜਾਂਦਾ ਹੈ।
ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਜੇ ਪ੍ਰਕਿਰਤੀ ਦਾ ਨੇਮ ਦੇਖਿਆ ਜਾਵੇ, ਉਹਨੇ ਆਪਣੇ ਆਖਰੀ ਪੈਰ ਦੇ ਵਿੱਚ ਰਾਤ ਦੇ ਹਨੇਰੇ ਨੂੰ ਹਟਾ ਦਿੱਤਾ ਹੈ ਅਤੇ ਉਜਾਲਾ ਹੋਣਾ ਸ਼ੁਰੂ ਹੋ ਗਿਆ। ਅਤੇ ਮਨੁੱਖ ਨੂੰ ਜਿਵੇਂ ਕਿ ਥੋੜ੍ਹਾ ਅਸੀਂ ਇਉਂ ਕਹਿ ਸਕਦੇ ਹਾਂ ਕਿ ਅੰਮ੍ਰਿਤ ਵੇਲੇ ਥੋੜ੍ਹਾ ਥੋੜ੍ਹਾ ਦਿਖਣਾ ਸ਼ੁਰੂ ਹੋ ਜਾਂਦਾ ਹੈ। ਹੁੰਦਾ ਤਾਂ ਹਨੇਰਾ ਹੈ ਪਰ ਚੀਜ਼ਾਂ ਦੇ ਆਕਾਰ ਨਜ਼ਰ ਆਉਣ ਲੱਗ ਪੈਂਦੇ ਨੇ ਅਤੇ ਦਿਨ ਦਾ ਉਜਾਲਾ ਹੋਣ ਤੱਕ ਪੂਰੇ ਨਜ਼ਰ ਆਉਣ ਲੱਗ ਪੈਂਦੇ ਨੇ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਪ੍ਰਕਿਰਤੀ ਦਾ ਨੇਮ ਦੇਖ। ਅਸੀਂ ਨਿਤਨੇਮ ਸ਼ਬਦ ਕਹਿੰਦੇ ਉਹਦੇ ਬਹੁਤ ਹੀ ਗਹਿਰੇ ਅਰਥ ਨੇ। ਕਹਿੰਦੇ ਪ੍ਰਕਿਰਤੀ ਦਾ ਨੇਮ ਦੇਖ, ਰਾਤ ਦਾ ਜਿਹੜਾ ਆਖਰੀ ਪੈਰ ਹੈ ਉਹਦੇ ਵਿੱਚ ਜਿਹੜਾ ਦਿਨ ਉਦੈ ਹੋਣਾ ਹੈ, 9 ਵਜੇ ਠੀਕ ਸੂਰਜ ਨਿਕਲਣਾ ਹੈ, ਪਰ ਉਹਦਾ ਜਿਹੜਾ ਪ੍ਰਕਾਸ਼ ਹੈ ਉਹ ਰਾਤ ਦੇ ਆਖਰੀ ਪੈਰ ਦੇ ਵਿੱਚ ਹੀ ਆਰੰਭ ਹੋ ਗਿਆ ਹੈ। ਇਸ ਕਰਕੇ ਤੂੰ ਆਪਣੀ ਸਾਧਨਾ ਨੂੰ, ਆਪਣੇ ਨੇਮ ਨੂੰ, ਜਿਹੜਾ ਬੰਦਗੀ ਦਾ ਤੇਰਾ ਨੇਮ ਹੈ, ਉਹਨੂੰ ਪ੍ਰਕਿਰਤੀ ਦੇ ਇਸ ਨੁਕਤੇ ਤੋਂ ਸਮਝ ਕੇ ਆਪਣੇ ਜੀਵਨ ਦੇ ਵਿੱਚ ਧਾਰਨ ਕਰ। ਇਸ ਕਰਕੇ ਤੇਰੀ ਨੀਂਦ ਦਾ ਸਿਲਸਿਲਾ ਕਿਉਂ ਲੰਬਾ ਹੋ ਰਿਹਾ ਹੈ। ਜੇ ਪ੍ਰਕਿਰਤੀ ਨੇ ਆਪਣਾ ਨੇਮ ਵਾਪਰ ਰਿਹਾ ਹੈ, ਉਜਾਲਾ ਉਤਰ ਰਿਹਾ ਹੈ, ਅਤੇ ਇਹਦਾ ਮਤਲਬ ਉਹ ਤੈਨੂੰ ਸੁਚੇਤ ਕਰ ਰਹੀ ਹੈ ਕਿ ਤੇਰੇ ਜੀਵਨ ਵਿੱਚ ਵੀ ਜਿਹੜਾ ਗਿਆਨ ਦਾ, ਜਿਹੜਾ ਗੁਰੂ ਉਪਦੇਸ਼ ਦਾ ਜਾਂ ਸ਼ਬਦ ਦੀ ਰਹਿਮਤ ਦਾ ਉਜਾਲਾ ਕਰਨਾ ਹੈ, ਉਹਦਾ ਪੈਰ ਇਹੀ ਹੈ। ਇਸ ਕਰਕੇ ਇਸ ਪੈਰ ਦੇ ਵਿੱਚ ਸਾਧਨਾ ਕਰ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸੂਤਾ ਕਿਆ ਕਰੇ। ਇਸ ਕਰਕੇ ਇੰਨਾ ਲੰਬਾ ਸੌਣ ਦਾ ਪ੍ਰਯੋਜਨ ਕੀ ਹੈ। ਔਰ ਜੇ ਤੈਨੂੰ ਇਹ ਨਹੀਂ ਤਾਂ ਤੈਨੂੰ ਪ੍ਰਕਿਰਤੀ ਜਗਾ ਰਹੀ ਹੈ। ਅਸੀਂ ਨਾ ਜਿਹੜਾ ਅੰਮ੍ਰਿਤ ਵੇਲੇ ਦਾ ਸਾਡਾ ਅਨੁਭਵ ਹੈ, ਅਸੀਂ ਕੋਈ ਬਹੁਤਾ ਇਹਦੇ ਬਾਰੇ ਅਜੇ ਤੱਕ ਨਾ ਅਨੁਭਵ ਨਹੀਂ ਨਾ ਬਣਾਏ, ਨਾ ਸਾਡੇ ਆਪਣੇ ਨਿੱਜ ਦੇ ਬਹੁਤਿਆਂ ਦੇ ਹਨ। ਅੰਮ੍ਰਿਤ ਵੇਲੇ ਦਾ ਅਨੁਭਵ ਜੇ ਗੁਰਬਾਣੀ ਵਿੱਚੋਂ ਅਸੀਂ ਪੜ੍ਹੀਏ ਤਾਂ ਜਪਜੀ ਸਾਹਿਬ ਦੇ ਵਿੱਚ ਤਾਂ ਸਾਨੂੰ ਇੱਕ ਉਹ ਗਿਆਨ ਦਾ ਦ੍ਰਿਸ਼ਟੀਕੋਣ ਹੈ ਜਿਹਦੇ ਵਿੱਚ ਕਿਹਾ ਜਾਂਦਾ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਪਰ ਜਿਹੜਾ ਪ੍ਰਕਿਰਤੀ ਦੇ ਵਿੱਚ ਨੇਮ ਪਿਆ ਹੋਇਆ ਅੰਮ੍ਰਿਤ ਵੇਲੇ ਦਾ, ਉਹਨੂੰ ਜਾਣਨਾ ਹੋਵੇ ਤਾਂ ਗੁਰਬਾਣੀ ਵਿੱਚ ਬੜੇ ਐਸੇ ਸਾਨੂੰ ਵਾਕ ਪ੍ਰਾਪਤ ਨੇ। ਗੁਰੂ ਕੀ ਬਖਸ਼ਿਸ਼ ਭਿੰਨੀ ਰੈਣੜੀਏ ਚਮਕਨ ਤਾਰੇ, ਜਗ ਇਹ ਸੰਤ ਜਨਾ ਮੇਰੇ ਰਾਮ ਪਿਆਰੇ। ਇਸੇ ਪ੍ਰਕਾਰ ਕਿ ਜਿਹੜੀ ਰਾਤ ਦੀ ਮੱਧਮ ਹੁੰਦੀ ਜਿਹੜਾ ਲੋਅ ਆ, ਜਿਹਦੇ ਵਿੱਚ ਤਾਰੇ ਜਿਹੜੇ ਹਨ ਟਿਮਟਮਾਉਣ ਲੱਗ ਪਏ ਹਨ ਅਤੇ ਉਹ ਹੌਲੀ ਹੌਲੀ ਛਪਣ ਲੱਗ ਪਏ ਹਨ, ਉਹ ਜਿਹੜਾ ਗੁਰਸਿੱਖ ਨੇਮ ਪ੍ਰੇਮ ਦੇ ਵਿੱਚ ਹੈ, ਉਹਨੂੰ ਲੱਗਦਾ ਕਿ ਉਹਦਾ ਮਤਲਬ ਉਹ ਜੇ ਮੰਜੇ 'ਤੇ ਲੇਟਿਆ ਵੀ ਹੋਇਆ ਹੈ, ਆਕਾਸ਼ ਦੀ ਤਰਫ ਦੇਖ ਰਿਹਾ ਅਤੇ ਆਕਾਸ਼ ਉਹਨੂੰ ਉਹਦੇ ਨੇਮ ਦਾ ਗਿਆਨ ਕਰਵਾ ਰਿਹਾ ਹੈ ਕਿ ਤਾਰਿਆਂ ਦੀ ਜਿਹੜੀ ਨੇਮ ਦੇ ਤਹਿਤ ਆਕਾਸ਼ ਦੇ ਵਿੱਚ ਜਗਮਗਾਉਣ ਕਰਨ ਦੀ ਜਿਤਨੀ ਵੀ ਉਹਨਾਂ ਦਾ ਸਮਾਂ ਸੀ, ਉਹ ਦੇਖ ਲੈ ਪੂਰਾ ਹੋ ਗਿਆ ਅਤੇ ਹੁਣ ਟਿਮਟਮਾਉਣ ਲੱਗ ਪਏ ਨੇ ਕਿ ਥੋੜ੍ਹੇ ਥੋੜ੍ਹੇ ਬੁੱਝ ਕੇ ਅਤੇ ਸਿਮਟਣ ਛੁਪਣ ਲੱਗ ਪਏ ਨੇ। ਇਸ ਕਰਕੇ ਤੇਰੀ ਜਿਹੜੀ ਅਗਿਆਨ ਦਾ ਜਾਂ ਤੇਰੀ ਰਾਤ ਦਾ ਜਿਹੜਾ ਪੈਰ ਹੈ, ਉਹ ਤੋਂ ਜਾਗਣ ਦਾ ਸਮਾਂ ਹੋ ਗਿਆ। ਇਸ ਕਰਕੇ ਜਿਸ ਵੀ ਹਾਲਤ ਦੇ ਵਿੱਚ ਹਾਂ, ਇਸ ਕਰਕੇ ਜਾਗ। ਇਹ ਪ੍ਰਕਿਰਤੀ ਇਸ ਕਰਕੇ ਜਿਹੜਾ ਅੰਮ੍ਰਿਤ ਵੇਲਾ ਉਹ ਕੋਈ ਸਧਾਰਨ ਜੀ ਗੱਲ ਨਹੀਂ ਹੈਗੀ ਕਿ ਜੀ 4 ਵਜੇ ਉੱਠ ਕੇ ਇਸ਼ਨਾਨ ਕਰ ਲਿਆ, ਪਾਠ ਕਰ ਲਿਆ। ਉਹ ਤੁਹਾਡਾ ਇੰਨਾ ਜ਼ਿਆਦਾ ਜੁੜਿਆ ਹੋਣਾ ਚਾਹੀਦਾ। ਫਿਰ ਇਸੇ ਪ੍ਰਕਾਰ ਆਉਂਦਾ ਬਾਣੀ 'ਚ ਵਾਕ, ਚੌਥੇ ਪੈਰ ਸੁਭਾਅ ਕੈ ਸੁਰਤਿਆਂ ਉਪਜੈ ਚਾਓ, ਤਿੰਨ ਦਰਿਆਵਾ ਸਿਉ ਦੋਸਤੀ ਮਨ ਮੁਖ ਸੱਚਾ ਨਾਉ। ਇਸੇ ਪ੍ਰਕਾਰ ਕਹਿੰਦੇ ਦਿਨ ਦਾ ਜਦੋਂ ਪਹਿਲਾਂ ਖੇਤੀ ਦੇ ਨਿਜ਼ਾਮ ਸਨ ਤਾਂ ਕਿਸਾਨ ਅੰਮ੍ਰਿਤ ਵੇਲੇ ਦੀ ਬਖਸ਼ਿਸ਼ ਨੂੰ ਇਉਂ ਹੰਡਾਉਂਦੇ ਸਨ। ਉਹਨਾਂ ਨੂੰ ਪਤਾ ਜਿਹੜਾ ਪਹਿਲੇ ਪੈਰ ਦੇ ਵਿੱਚ ਰਾਤ ਦਿਨ ਚੜ੍ਹਨ ਤੋਂ ਪਹਿਲਾਂ ਜਿਸ ਪਹਿਲੇ ਪੈਰ ਦੇ ਵਿੱਚ ਅਸੀਂ ਖੇਤ ਵਾਹ ਲੈਣਾ ਹੈ, ਉਦੋਂ ਜਿਹੜਾ ਖੇਤ ਵਾਹੁਣਾ ਉਹਦਾ ਆਨੰਦ ਆਏਗਾ। ਜਦੋਂ ਸੂਰਜ ਬਿਲਕੁਲ ਚੜ੍ਹ ਗਿਆ, ਸਿਖਰ 'ਤੇ ਆ ਗਿਆ, ਉਦੋਂ ਜਿਹੜੀ ਸਾਧਨਾ ਕਰਨੀ ਹੈ ਉਹ ਮੁਸ਼ਕਿਲ ਹੋ ਜਾਏਗੀ, ਕਿਉਂਕਿ ਸਰੀਰ ਨੂੰ ਪ੍ਰਭਾਵ ਪਏਗਾ ਪ੍ਰਕਿਰਤੀ ਦਾ ਜ਼ਿਆਦਾ ਅਤੇ ਜਿਹੜਾ ਆਨੰਦ ਨਹੀਂ ਆਏਗਾ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਕਹਿੰਦੇ ਬਾਣੀ 'ਚ ਹੋਰ ਵੀ ਵਾਕ ਪ੍ਰਾਪਤ ਨੇ, ਚਿੜੀ ਚੁਹਕੀ ਪਉ ਫੁੱਟੀ ਵਗਨ ਬਹੁਤ ਤਰੰਗ, ਕਿ ਤੂੰ ਸ਼ਾਂਤ ਦੀ ਮੰਗ ਕਰਦਾ ਹੈ, ਏਕਾਂਤ ਦੀ ਮੰਗ ਕਰਦਾ ਹੈ, ਅਤੇ ਹੁਣ ਤੈਨੂੰ ਜੀਵਨ ਦਾ ਇੱਕ ਜਿਹੜਾ ਪ੍ਰਚਲਿਤ ਵਹਿਣ ਚੱਲ ਰਿਹਾ ਹੈ, ਉਹਦੇ ਵਿੱਚ ਤੈਨੂੰ ਇਹ 3-4 ਘੰਟੇ ਪ੍ਰਾਪਤ ਨੇ। ਕਿਉਂਕਿ ਤੂੰ ਅਕਸਰ ਤੇਰੀ ਸ਼ਿਕਾਇਤ ਰਹਿੰਦੀ ਹੈ ਕਿ ਜੀ ਮੈਨੂੰ ਇਕਾਂਤ ਨਹੀਂ ਹੈ, ਮੇਰੇ ਕੋਲ ਠਹਿਰਾਅ ਨਹੀਂ ਹੈ। ਹੁਣ ਤਾਂ ਇਹੋ ਜਿਹਾ ਸਮਾਂ ਹੈ ਕਿ ਤੈਨੂੰ ਕੋਈ ਆਵਾਜ਼ ਵੀ ਨਹੀਂ ਮਾਰੇਗਾ, ਕੋਈ ਇਹਦੇ ਵਿੱਚ ਸ਼ੋਰ ਵੀ ਨਹੀਂ ਹੈ। ਇਸ ਕਰਕੇ ਇਹ ਸਾਰਾ ਵੇਲਾ ਜਿਹੜਾ ਹੈ ਤੈਨੂੰ ਸਹਾਇਕ ਰੂਪ ਦੇ ਵਿੱਚ ਉਪਲਬਧ ਹੋਇਆ ਹੈ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੂਤਾ ਕਿਆ ਕਰੇ। ਪਰ ਮਨੁੱਖ ਦੀ ਹਾਲਤ ਇਹ ਹੈ ਕਿ ਵਿਕਾਰਾਂ ਦੇ ਪ੍ਰਭਾਵ ਕਰਕੇ ਪਹਿਲਾਂ ਥੱਕਦਾ ਹੈ। ਹੁਣ ਉਦਾਹਰਨ ਦੇ ਤੌਰ 'ਤੇ ਅਸੀਂ ਕਦੀ ਇਸ ਗੱਲ ਨੂੰ ਸ਼ਾਇਦ ਹੀ ਵਾਚਿਆ ਹੋਵੇ ਕਿ ਸਾਡਾ 2 ਵੇਲੇ ਦਾ ਨਿਤਨੇਮ ਕਿਉਂ ਹੈ, ਜਾਂ ਉਸ 2 ਵੇਲੇ ਦੇ ਨੇਮ ਦੀ ਪ੍ਰਮੁੱਖਤਾ ਕੀ, ਉਹਦਾ ਭਾਵ ਕੀ ਹੈ ਕਿ ਜਿਹੜਾ ਦਿਨ ਦਾ ਪ੍ਰਭਾਵ ਤਾਂ ਤੁਸੀਂ ਮੰਨ ਲਓ ਕਿ ਗੁਰੂ ਸ਼ਬਦ ਦੀ ਰੌਸ਼ਨੀ ਦੇ ਨਾਲ ਸੁਰੱਖਿਅਤ ਕਰ ਲਿਆ। ਜਿਹੜੇ ਰਾਤ ਦੇ ਵਿੱਚ ਜਿਹੜੇ ਅਗਿਆਨ ਦੇ ਅੰਧਕਾਰ ਦੇ ਵਰਤਾਰੇ ਤੇਰੇ ਮਨ ਦੁਆਰਾ ਫਿਰ ਜੀਵਨ ਦੇ ਵਿੱਚ ਉਤਰਨੇ ਹਨ,
ਉਹਨਾਂ ਦੇ ਫਿਰ ਗੁਰੂ ਸ਼ਬਦ ਦੀ ਯਾਦ ਰੱਖੀ ਜਾਵੇ। ਤਾਂ ਇਸੇ ਪ੍ਰਕਾਰ ਜਿਹੜਾ ਰਾਤ ਦਾ ਪਹਿਰ ਹੈ ਉਹ ਵਾਪਰ ਰਿਹਾ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਹੁਣ ਵਿਕਾਰਾਂ ਕਰਕੇ ਥੱਕਦੇ ਨੇ। ਹੁਣ ਜਿਵੇਂ ਸ਼ੁਭ ਚਿਤਵਣੀ ਲੈ ਕੇ ਕਿੰਨੇ ਕੁ ਬੰਦੇ ਸੌਂਦੇ ਨੇ, ਜਿਹੜੀ ਚਿਤਵਣੀ ਲੈ ਕੇ ਸੌਂਦੇ ਨੇ ਉਹਦੇ ਵਿੱਚ ਜਾਂ ਚਿੰਤਾ ਹੁੰਦੀ ਹੈ, ਜਾਂ ਵਿਕਾਰਾਂ ਦਾ ਸੁਭਾਅ ਹੁੰਦਾ ਹੈ, ਜਾਂ ਸੰਸਾਰ ਦੀ ਭਟਕਣ ਜਿਹੜੀ ਮਾਨਸਿਕ ਹਿਲ ਜੁਲ ਦੇ ਵਿੱਚ ਹੁੰਦੀ ਹੈ, ਉਹੀ ਮਨੁੱਖ 'ਤੇ ਭਾਰੂ ਹੁੰਦੀ ਹੈ। ਤਾਂ ਫਿਰ ਉਹਨਾਂ ਦੇ ਅੰਦਰ ਸ਼ੁਭ ਚਾਅ ਕਿਵੇਂ ਪੈਦਾ ਹੋਏਗਾ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਨਾ ਸੌਣ ਦਾ ਨਿਜ਼ਾਮ ਠੀਕ ਹੈ, ਅਤੇ ਨਾ ਜਿਹੜਾ ਸੌਣ ਦੇ ਨੇਮ ਨੂੰ ਕਿਸੇ ਵੱਡੀ ਰੱਬੀ ਨੇਮ ਦੇ ਨਾਲ ਜੋੜ ਕੇ ਬੁੱਝਣ ਦਾ ਕੋਈ ਗਿਆਨ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੂਤਾ ਕਿਆ ਕਰਹਿ, ਇਹ ਜੀਵ ਸੁੱਤਾ ਕੀ ਕਰ ਸਕਦਾ ਹੈ, ਜਾਂ ਇਹ ਇੰਨਾ ਲੰਬਾ ਸੌਂ ਵੀ ਰਿਹਾ। ਬਾਬਾ ਫਰੀਦ ਸਾਹਿਬ ਜੀ ਦੇ ਵਾਕ ਨੇ, ਫਰੀਦਾ ਪਿਛਲ ਰਾਤ ਨਾ ਜਾਗੇ, ਉਹੇ ਜੀਵ ਅੰਦੜੋਂ ਮੋਏ, ਉਹੇ ਜੈ ਤੇ ਰੱਬ ਵਿਸਾਰਿਆ, ਰੱਬ ਨਾ ਵਿਸਰੇ ਉਹੇ। ਕਿ ਕਹਿੰਦੇ ਜੀਵਨ ਦਾ, ਕਿਉਂਕਿ ਜੇ ਸੰਸਾਰ ਦੀ ਦੌੜ 9 ਵਜੇ ਸ਼ੁਰੂ ਹੁੰਦੀ ਹੈ ਅਤੇ ਤੇਰੀ ਅਧਿਆਤਮ ਦਾ ਯਤਨ ਵੀ 9 ਵਜੇ ਸ਼ੁਰੂ ਹੋਣਾ, ਫਿਰ ਤੇਰੀ ਤਾਂ ਸੰਸਾਰ ਦੀ ਜਿਹੜੀ ਦੌੜ ਹੈ ਉਹਦਾ ਫਰਕ ਕਿਵੇਂ ਨਿਸ਼ਚਿਤ ਕੀਤਾ ਜਾਏਗਾ। ਤੂੰ ਸੰਸਾਰ ਨੂੰ ਪਿੱਛੇ ਛੱਡਣਾ ਹੈ ਨਾ, ਤੂੰ ਮਾਇਆ ਦੇ ਪ੍ਰਭਾਵ ਨੂੰ ਪਿੱਛੇ ਛੱਡਣਾ। ਇਸ ਕਰਕੇ ਤੇਰੀ ਦੌੜ ਉਹਨਾਂ ਤੋਂ ਪਹਿਲਾਂ ਹੋਣੀ ਚਾਹੀਦੀ ਹੈ, ਅਤੇ ਤੇਰੀ ਦੌੜ ਦਾ ਪ੍ਰਯੋਜਨ, ਤੇਰੇ ਯਤਨ ਦਾ ਪ੍ਰਯੋਜਨ ਵੀ ਹੋਰ ਹੋਣਾ ਚਾਹੀਦਾ ਹੈ। ਸੰਸਾਰ ਤਾਂ 9 ਵਜੇ ਤਾਂ ਜਾਗਦਾ ਹੈ ਕਿ ਉਹਨੇ ਆਪਣੇ ਸੰਸਾਰੀ ਕੰਮਾਂ ਨੂੰ ਅੰਜਾਮ ਦੇਣਾ ਠੀਕ ਢੰਗ ਨਾਲ, ਪਰ ਜਿਹੜਾ ਤੇਰਾ ਅਧਿਆਤਮ ਜੀਵਨ ਹੈ ਉਹ ਸੰਸਾਰ ਦੀ ਦ੍ਰਿਸ਼ਟੀਕੋਣਾਂ ਤੋਂ ਨਹੀਂ ਪੂਰਾ ਹੋਣਾ। ਉਹਦੇ ਦ੍ਰਿਸ਼ਟੀਕੋਣ, ਉਹਦੀ ਸਾਧਨਾ ਕੁਝ ਹੋਰ ਹੈ, ਤੈਨੂੰ ਉਸੇ ਪ੍ਰਕਾਰ ਹੀ ਕਰਨੀ ਪਏਗੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਬੈਠਾ ਉੱਠ ਕੇ ਨਾ ਜਪਹਿ ਮੁਰਾਰ, ਕਿਉਂ ਤੇਰੇ ਉੱਠਣ ਦਾ ਜਿਹੜਾ ਯਤਨ ਨਹੀਂ ਹੋ ਰਿਹਾ। ਅਤੇ ਜਪਹਿ ਮੁਰਾਰ, ਉੱਠਣ ਦਾ ਮਨੋਰਥ ਕੇਵਲ ਜਾਗਣਾ ਨਹੀਂ, ਉੱਠਣ ਦਾ ਮਨੋਰਥ ਕਿ ਤੇਰੇ ਜੀਵਨ 'ਚ ਜਪ ਪੈਦਾ ਹੋਣਾ ਚਾਹੀਦਾ। ਇਸ ਕਰਕੇ ਜਦੋਂ ਅਸੀਂ ਗੁਰਬਾਣੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੇ ਵਾਕ ਪੜ੍ਹਦੇ ਹਾਂ ਤਾਂ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਵੀ ਸੋਝੀ ਕਰਵਾਈ ਹੈ ਕਿ ਜੀਵਨ ਅੰਮ੍ਰਿਤ ਵੇਲਾ ਹੈ। ਦੇਖੋ ਅੰਮ੍ਰਿਤ ਵੇਲਾ ਜੀਵਨ ਕਿਵੇਂ ਹੈ, ਕਿੰਨੀ ਸ਼ਵਸ ਸੁਰਤ ਹੈ, ਕੋਈ ਦਖਲ ਨਹੀਂ ਹੈ ਸੰਸਾਰ ਦਾ ਸਾਡੇ ਅੰਦਰ। ਜਿਨ੍ਹਾਂ ਦੇ ਘਰੇ ਪੈਦਾ ਹੋਏ ਉਹਨਾਂ ਦਾ ਵੀ ਨਹੀਂ ਪਤਾ ਕਿ ਕੌਣ ਨੇ, ਬਸ ਇੰਨਾ ਪਤਾ ਕਿ ਇਹਨਾਂ ਦੇ ਘਰ ਪੈਦਾ ਹੋਏ ਹੋ, ਹੋਰ ਕੋਈ ਸੁੱਧ ਨਹੀਂ ਹੈ, ਕੋਈ ਬਗਾਨਾ, ਆਪਣਾ, ਪਰਾਇਆ, ਵਕਾਰ, ਮਾਇਆ ਕੁਝ ਵੀ ਨਹੀਂ ਹੈ। ਜ਼ਿੰਦਗੀ ਅੰਮ੍ਰਿਤ ਵੇਲੇ ਵਾਂਗ ਹੀ ਆਰੰਭ ਹੁੰਦੀ ਹੈ, ਪਰ ਉਸ ਅੰਮ੍ਰਿਤ ਵੇਲੇ ਦੀ ਜਿਹੜੀ ਪਿਓਰਿਟੀ, ਜਿਹੜੀ ਹਾਰਟ ਦੇ ਪੱਧਰ 'ਤੇ ਹੁੰਦੀ ਹੈ, ਸੁਰਤ ਦੇ ਪੱਧਰ 'ਤੇ ਹੁੰਦੀ ਹੈ, ਉਹਨੂੰ ਮਨੁੱਖ ਹੌਲੀ ਹੌਲੀ ਗਵਾ ਲੈਂਦਾ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਉੱਠ ਕੇ ਨਾ ਜਪਹਿ ਮੁਰਾਰ। ਜੀਵਨ ਦੀ ਗਫਲਤ ਕਿੰਨੀ ਲੰਬੀ ਚਲੀ ਗਈ ਹੈ। ਪਹਿਲਾਂ ਤਾਂ ਰੋਜ਼ ਜਾਗਣਾ ਚਾਹੀਦਾ ਸੀ, ਮਤਲਬ ਜਿਹੜੀ ਸਾਧਨਾ ਦਾ ਪੱਖ ਹੈ ਕਿ ਅੰਮ੍ਰਿਤ ਵੇਲੇ ਜਾ ਕੇ ਉਸ ਨੂੰ ਵਿਸਾਰਿਆ, ਇਹ ਪਹਿਲਾ ਭਾਵ ਹੈ। ਦੂਜਾ ਭਾਵ ਹੈ ਕਿ ਉਹ ਗਫਲਤ ਕਿੰਨੀ ਦੂਰੀ ਤੱਕ ਆ ਗਈ ਹੈ। ਜੀਵਨ ਦੀਆਂ ਪਹਿਲੀਆਂ ਅਵਸਥਾਵਾਂ ਬੀਤ ਗਈਆਂ ਨੇ, ਅਜੇ ਤੱਕ ਉੱਠਣ ਦਾ ਪ੍ਰਯੋਜਨ ਨਹੀਂ ਆ ਰਿਹਾ। ਮਤਲਬ ਜੇ ਇਹਨੂੰ ਸਰਲ ਜਿਹਾ ਕਹਿਣਾ ਹੋਵੇ ਕਿ ਜਿਹੜਾ ਹੁਣ ਤੱਕ ਦਾ ਜਾਗਣਾ ਹੈ ਉਹਦੇ ਵਿੱਚੋਂ ਜੋ ਕਮਾਇਆ ਹੈ ਉਹ ਸਦੀਵ ਕੀ ਹੈ। ਜਿਹੜਾ ਪਹਿਲਾਂ ਮਨੁੱਖ ਜਾਗਦਾ ਰਿਹਾ, ਨੀਂਦ ਪੂਰੀ ਲੰਬੀ ਕਰਕੇ ਅੰਮ੍ਰਿਤ ਵੇਲੇ ਦੀ ਸੰਭਾਲ ਨਹੀਂ, ਜਿਹੜਾ ਉਹਦੇ ਵਿੱਚੋਂ ਕਮਾਇਆ ਹੈ ਉਹਦੇ ਵਿੱਚੋਂ ਸਦੀਵ ਕੀ ਹੈ। ਜਿਸ ਸੰਸਾਰ ਦੀਆਂ ਜਿੰਨੀਆਂ ਵੀ ਪ੍ਰਤਿਭਾਵਾਂ ਕਮਾਈਆਂ ਨੇ ਉਹ ਸਦੀਵ ਨਹੀਂ ਹਨ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਉੱਠ ਕੇ ਨਾ ਜਪਹਿ ਮੁਰਾਰ। ਇਸ ਕਰਕੇ ਜੀਵ ਮਨੁੱਖ ਮਾਇਆ ਦੀ ਗਫਲਤ ਤੋਂ ਕੁਝ ਜਾਗ ਅਤੇ ਜਪਹਿ ਮੁਰਾਰ। ਹੁਣ ਜਦੋਂ ਇਹ ਸ਼ਬਦ ਵਰਤਿਆ ਹੈ ਇਹਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਇੱਕ ਗੋਹਜ ਨੁਕਤਾ ਸਾਨੂੰ ਸਮਝਾਇਆ ਹੈ ਕਿ ਜਦ ਅਸੀਂ ਆਪਣੇ ਜੀਵਨ ਨੂੰ ਅੰਮ੍ਰਿਤ ਵੇਲਾ ਸਮਝਦੇ ਹਾਂ, ਜਦ ਆਪਣੇ ਰੋਜ਼ਾਨਾ ਦੇ ਦਿਨ ਦੇ ਆਰੰਭ ਦੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹਾਂ, ਤਾਂ ਉਸ ਸਮੇਂ ਦੇ ਵਿੱਚ ਜਿਹੜੀ ਪ੍ਰਭੂ ਸਿਮਰਤੀ ਹੈ ਉਹ ਜਿਹੜੀ ਹੈ ਅੰਮ੍ਰਿਤ ਰੂਪ ਹੋ ਕੇ ਸਾਡੇ ਨੇੜੇ ਹੁੰਦੀ। ਅੰਮ੍ਰਿਤ ਰੂਪ ਦਾ ਭਾਵ ਕੀ ਹੈ ਕਿ ਉਸ ਸਮੇਂ ਦੇ ਵਿੱਚ ਜਿਹੜੀ ਅਸੀਂ ਕਹਿੰਦੇ ਨਾ ਸਭ ਘਟੀ ਪਰਮੇਸ਼ਰ ਰਮਿਆ ਹੈ, ਉਹ ਜਿਹੜੀ ਇੱਕ ਦੈਵੀ ਊਰਜਾ ਬਣੀ ਹੁੰਦੀ ਹੈ ਜਿਹਨੇ ਸਾਡੇ ਅੰਦਰ ਸ਼ੁੱਧਤਾ ਦਾ ਵਾਸ ਕਰਾਉਣਾ ਹੁੰਦਾ ਹੈ, ਉਹ ਜ਼ਿਆਦਾ ਸਜੱਗ ਹੁੰਦੀ ਹੈ। ਅਤੇ ਫਿਰ ਜਦੋਂ ਮਨੁੱਖ ਆਪਣੀ ਦੇਹ ਦੇ ਅਭਿਆਸ ਨੂੰ ਅਤੇ ਆਪਣੇ ਸ਼ਬਦ ਉਹਦੇ ਵਿੱਚ ਬੈਠ ਕੇ ਕਰਦਾ ਹੈ ਤਾਂ ਉਹਦੀ ਸਹਾਇਤਾ ਕਰਦੀ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿਉਂਕਿ ਉਸ ਸਮੇਂ ਸਾਰਿਆਂ ਦੇ ਫੁਰਨੇ ਸ਼ਾਂਤ ਨੇ। ਹੁਣ ਇਸ ਗੱਲ ਨੂੰ ਜੇ ਅਸੀਂ ਅੰਮ੍ਰਿਤ ਵੇਲੇ ਦੇ ਅਨੁਭਵ ਵਿੱਚ ਵਾਚਣਾ ਹੋਵੇ, ਅੰਮ੍ਰਿਤ ਵੇਲੇ ਜਿੰਨੇ ਸਾਡੇ ਸੰਬੰਧੀ ਨੇ ਉਹਨਾਂ ਨੂੰ ਨਹੀਂ ਖਿਆਲ ਹੁੰਦਾ ਕਿ ਉਸ ਵਕਤ ਸਾਡੇ ਸੰਬੰਧਾਂ ਦੀ ਜਿਹੜੀ ਆਕਰਸ਼ਣ ਹੈ
ਉਹ ਦੂਜਿਆਂ ਵੱਲੋਂ ਵੀ ਸ਼ਾਂਤ ਹੁੰਦਾ, ਸਾਡੇ ਆਪਣੇ ਵੱਲੋਂ ਵੀ ਸ਼ਾਂਤ ਹੁੰਦਾ ਹੈ। ਜਿਹੜਾ ਦੁਨਿਆਵੀ ਧੰਦਿਆਂ ਦੇ ਨਾਲ ਸਾਡਾ ਬੜਾ ਚਿੱਤ ਖੁੱਭਿਆ ਹੋਇਆ ਹੈ, ਅੰਮ੍ਰਿਤ ਵੇਲੇ ਉਹ ਧੰਦੇ ਦਾ ਵੀ ਪ੍ਰਚਲਨ ਨਹੀਂ ਹੁੰਦਾ ਅਤੇ ਅਸੀਂ ਵੀ ਇੱਕ ਆਰਾਮ ਦੀ ਅਵਸਥਾ ਵਿੱਚ ਹੁੰਦੇ ਹਾਂ। ਇਸੇ ਪ੍ਰਕਾਰ ਦੇਹ ਦੇ ਜਿਹੜੇ ਪੰਜਾਂ ਤੱਤਾਂ ਵਿੱਚੋਂ ਅਗਨੀ ਕਰਕੇ ਵਿਕਾਰ ਪੈਦਾ ਹੁੰਦੇ ਨੇ, ਉਹ ਵੀ ਤੱਤ ਉਸ ਸਮੇਂ ਮੰਦ ਪੈਂਦਾ। ਇਸ ਕਰਕੇ ਅੰਮ੍ਰਿਤ ਵੇਲੇ ਦੀ ਮਹਾਨਤਾ ਹੈ। ਇਹ ਕੋਲ ਇਸ ਕਰਕੇ ਨਹੀਂ ਕਿ ਸਮੇਂ ਨਾਲ ਪੂਜਾ ਪਾਠ ਹੋ ਜਾਂਦਾ, ਇਸ ਕਰਕੇ ਨਹੀਂ ਹੈਗੀ। ਇਹਦੇ ਤਿੰਨ ਪੱਖ ਜਿਹੜੇ ਮੈਂ ਆਪ ਦੇ ਨਾਲ ਦੱਸੇ ਹਨ ਕਿ ਮਨੁੱਖ ਦੀ ਜਿਹੜੀ ਸੁਰਤ ਵਿਰਾਮ ਲੈ ਜਾਂਦੀ ਹੈ। ਕਿਉਂਕਿ ਹੁਣ ਜਿਵੇਂ ਕੋਈ ਵੀ ਤੁਹਾਨੂੰ ਅੰਮ੍ਰਿਤ ਵੇਲੇ ਰਾਤ ਦੇ 12 ਵਜੇ ਤੱਕ ਕੋਈ ਯਾਦ ਕਰ ਸਕਦਾ ਹੈ, ਅੰਮ੍ਰਿਤ ਵੇਲੇ ਕੋਈ ਕਿਸੇ ਨੂੰ ਯਾਦ ਨਹੀਂ ਕਰਦਾ। ਮਤਲਬ ਦੁਨੀਆ ਦਾ ਐਂ ਹੀ ਬਣਿਆ ਹੋਇਆ ਹੈ। ਫਿਰ ਇਹ ਬੰਦੇ ਦੀ ਸੁਰਤ ਜਿਹੜੀ ਹੈ, ਜਿਵੇਂ ਕਿੰਨਾ ਵੀ ਵੱਡਾ ਕਾਰੋਬਾਰ 'ਚ ਕਿਉਂ ਨਾ ਖੁੱਭਿਆ ਹੋਵੇ, ਉਹ ਕਹੇਗਾ 9 ਵਜੇ ਹੀ ਆਰੰਭ ਕਰਾਂਗੇ, ਪਹਿਲਾਂ ਨਹੀਂ। ਇਸ ਕਰਕੇ ਉਹ ਸਾਡੀ ਸੁਰਤ ਨੂੰ, ਸਾਡੀ ਮੱਤ ਨੂੰ ਅਤੇ ਸਾਡੀ ਸਿਮਰਤੀ ਨੂੰ ਉਸ ਵਕਤ ਸੰਸਾਰ ਵੱਲੋਂ ਵਿਰਾਮ ਲੱਗਾ ਹੁੰਦਾ ਹੈ। ਅਤੇ ਉਸ ਵਿਰਾਮ ਦੇ ਵਿੱਚ ਜਿਹੜਾ ਅਸੀਂ ਕੋਈ ਭਗਤੀ ਦਾ ਕਰਮ ਪੈਦਾ ਕਰਨਾ ਹੈ, ਉਹ ਜ਼ਿਆਦਾ ਫਲੀਭੂਤ ਹੋਏਗਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਉੱਠ ਕੇ ਨਾ ਜਪਹੇ ਮੁਰਾਰ, ਕਿਉਂ ਤੇਰੇ ਉੱਠਣ ਦਾ ਪ੍ਰਯੋਜਨ ਨਹੀਂ ਬਣ ਰਿਹਾ। ਫਿਰ ਜਪਹੇ ਦਾ ਭਾਵ ਇੱਥੇ ਹੈ ਕਿ ਜਿਸ ਜੀਵਨ ਦੀ ਕਮਾਈ ਨੂੰ ਕਰਕੇ ਤੇਰਾ ਜੀਵਨ ਸਮੁੱਚਾ ਖੇੜੇ ਭਰਾ ਹੋਣਾ, ਸਦਾ ਵਿਗਾਸ ਭਰਿਆ ਹੋਣਾ ਹੈ। ਇਸ ਕਰਕੇ ਮੁਰਾਰ ਦਾ ਭਾਵ ਇਹ ਹੈ ਕਿ ਤੇਰੇ ਅੰਦਰ ਮਾਇਆ ਦਾ ਦਖਲ ਹੈ, ਉਸ ਮਾਇਆ ਦੇ ਦਖਲ ਨੂੰ ਤੂੰ ਜਪ ਦੁਆਰਾ ਕੱਟਣਾ ਹੈ। ਹੁਣ ਜਪਜੀ ਸਾਹਿਬ ਦੀ ਬਾਣੀ ਦੇ ਨਿਤਨੇਮ ਦੇ ਨੁਕਤੇ ਤੋਂ ਦੇਖੋ, ਆਰੰਭ ਹੁੰਦਾ ਹੈ, ਉਹਦੇ ਵਿੱਚ ਅੱਗੇ ਕੀ ਜ਼ਿਕਰ ਆਉਂਦਾ ਹੈ। ਜਿਹੜਾ ਹੁਣ ਇੱਥੇ ਸ਼ਬਦ ਹੈ ਜਪਹੇ ਮੁਰਾਰ, ਉਹਦੇ ਵਿੱਚ ਜ਼ਿਕਰ ਕੀ ਹੁੰਦਾ, ਸੰਖ ਚੋਰ ਹਰਾਮਖੋਰ। ਬੰਦਾ ਕਦੀ ਇਹਨਾਂ ਚੀਜ਼ਾਂ ਨੂੰ ਸੋਚੇ ਤਾਂ ਸਹੀ ਕਿ ਬੈਠਾ ਤਾਂ ਰੱਬ ਦੀ ਸਿਫਤ ਸਲਾਹ ਕਰਨ ਦੇ ਵਿੱਚ ਹਾਂ, ਜ਼ਿਕਰ ਇੱਥੇ ਹਰਾਮਖੋਰ ਦਾ ਆ ਰਿਹਾ ਹੈ, ਅਵਗੁਣੀਆਂ ਦਾ ਆ ਰਿਹਾ, ਦੁਸ਼ਟਾਂ ਦਾ ਆ ਰਿਹਾ। ਇਹ ਕਹੀ ਗੱਲ ਹੈ। ਫਿਰ ਜਦੋਂ ਬੰਦਾ ਇਸ ਗੱਲ ਨੂੰ ਵਾਚੇਗਾ ਤਾਂ ਉਹਦੇ ਵਿੱਚ ਆਏਗਾ ਕਿ ਸਾਰੀ ਪ੍ਰਕਿਰਤੀ ਦਾ ਜਿਹੜਾ ਜਿੰਨਾ ਬ੍ਰਹਿਮੰਡ ਦਾ ਗਿਆਨ ਹੈ, ਉਹ ਸ਼ਬਦ ਦੇ ਨੁਕਤੇ ਤੋਂ ਜੁੜ ਕੇ ਤੇਰੇ ਜੀਵਨ ਨੂੰ ਉਭਾਰੇ। ਇਸ ਕਰਕੇ ਗੁਰਸਿੱਖ ਦੀ ਜਿਹੜੀ ਅੰਮ੍ਰਿਤ ਵੇਲੇ ਦੀ ਸਾਧਨਾ ਹੈ, ਉਹਦਾ ਭਾਵ ਹੈ ਕਿ ਬਿੱਖ ਨੂੰ ਉਤਾਰਨਾ। ਆਇਆ ਨਾ ਜਪਹੇ ਮੁਰਾਰ, ਕਿ ਜਿਹੜਾ ਤੇਰਾ ਜਪ ਹੈ, ਜਿਹੜਾ ਤੇਰੇ ਅੰਦਰ ਮਾਇਆ ਦੇ ਦਖਲ ਪਏ ਹੋਏ ਨੇ, ਜਿਨ੍ਹਾਂ ਨੇ ਵਿਕਾਰਾਂ ਦਾ ਜੀਵਨ ਬਣਾ ਦਿੱਤਾ ਹੈ, ਜਿਨ੍ਹਾਂ ਨੇ ਤੇਰੇ ਅੰਦਰ ਦਵੈਤ ਬਣਾ ਦਿੱਤਾ ਹੈ, ਜਿਨ੍ਹਾਂ ਨੇ ਤੇਰੀ ਆਤਮਾ ਦਾ ਖੇੜਾ ਬਾਝ ਤੇਰੇ ਸਾਰੇ ਜੀਵਨ 'ਚ ਉਤਰਨ ਨਹੀਂ ਦਿੱਤਾ, ਉਹਨੂੰ ਆਪਣੇ ਜਪ ਦੇ ਨਾਲ ਮੁੜ ਕਾਇਮ ਕਰਨਾ ਹੈ। ਅਸਲ 'ਚ ਅੰਮ੍ਰਿਤ ਵੇਲੇ ਦੀ ਸਾਧਨਾ ਕੋਈ ਨਿਤਨੇਮ ਅਸੀਂ ਸਿੱਖੀ ਜੀਵਨ ਵੀ ਨਹੀਂ ਪੂਰਾ ਕਰਨਾ। ਇਹ ਵੀ ਇੱਕ ਸਾਨੂੰ ਸੀਮਤ ਜਿਹੇ ਦ੍ਰਿਸ਼ਟੀਕੋਣ ਨੇ ਜੀ, ਮੈਂ ਪੰਥਕ ਤੌਰ 'ਤੇ ਮਰਜ਼ਾਦਾ ਦਾ ਪਾਲਣ ਕਰ ਰਿਹਾ ਤਾਂ ਮੈਂ ਅੰਮ੍ਰਿਤ ਵੇਲੇ ਦੀ ਸੰਭਾਲ 'ਚ ਹਾਂ। ਉਹ ਤਾਂ ਚਲੋ ਇੱਕ ਐਥਿਕਸ ਦੇ ਨੁਕਤੇ ਤੋਂ ਠੀਕ ਹੋ ਸਕਦਾ ਹੈ ਨਾ, ਪਰ ਜਿਹੜਾ ਮਨੁੱਖ ਦਾ ਨਿੱਜ ਸ਼ਬਦ ਦਾ ਅਭਿਆਸ ਹੈ, ਉਹਦੇ ਵਿੱਚ ਇਹੀ ਕਿਹਾ ਜਾਏਗਾ ਕਿ ਮੇਰੇ ਅੰਦਰ ਜਿਹੜੇ ਮਾਇਆ ਦੇ ਦਖਲ ਜਾ ਚੁੱਕੇ ਨੇ, ਉਸ ਦਖਲ ਨੂੰ ਕੱਢ ਕੇ ਉਸ ਸਾਰੀ ਬਿੱਖ ਨੂੰ ਮੈਂ ਸ਼ਬਦ ਦੇ ਜਪ ਨਾਲ ਉਤਾਰਨਾ ਹੈ ਅਤੇ ਆਪਣੇ ਜੀਵਨ ਦੀ ਸ਼ੁੱਧਤਾ ਨੂੰ ਮੁੜ ਕਾਇਮ ਕਰਨਾ ਹੈ। ਉਹ ਵਾਲੀ ਸ਼ੁੱਧਤਾ ਜਿਹੜੀ ਮੈਨੂੰ ਜੀਵਨ ਦੇ ਆਰੰਭ ਵਿੱਚ ਪ੍ਰਾਪਤ ਸੀ। ਇਸੇ ਪ੍ਰਕਾਰ ਹੁਣ ਇਹਦੇ ਦੋ ਨੁਕਤੇ ਦੱਸੋ ਇਕੱਠੇ ਜੁੜਦੇ ਨੇ। ਇੱਕ ਸਾਡਾ ਜੀਵਨ ਅੰਮ੍ਰਿਤ ਵੇਲਾ ਹੈ, ਇਹ ਵੱਡਾ ਸਾਧਨਾ ਪੱਖ ਹੈ। ਹੁਣ ਮਨੁੱਖ ਇੱਕ ਦਿਨ ਝੂਰਿਆ ਕਿ ਅੱਜ ਦੀ ਸੰਭਾਲ ਨਹੀਂ ਹੋਈ, ਤੈਨੂੰ ਪ੍ਰਕਿਰਤੀ ਨੇ ਕੱਲ੍ਹ ਫੇਰ ਮੌਕਾ ਦਿੱਤਾ ਹੈ, ਕੱਲ੍ਹ ਵੀ ਨਹੀਂ ਹੋਈ, ਪਰਸੋਂ ਮੌਕਾ ਦੇ ਰਹੀ ਹੈ। ਇਸ ਕਰਕੇ ਮਤਲਬ ਜੀਵਨ ਤੈਨੂੰ ਹਰ ਵਕਤ ਇੱਕ ਨਵਾਂ ਸੁੱਧ ਦੇ ਰਿਹਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਉੱਠ ਕੇ ਨਾ ਜਪਹੇ ਮੁਰਾਰ। ਹੁਣ ਇਸੇ ਪ੍ਰਕਾਰ ਜਿਹੜਾ ਨੇਮ ਹੁੰਦਾ ਹੈ, ਅਸੀਂ ਉਹਦੇ ਵਿੱਚ ਹੁੰਦਾ ਕੀ ਹੈ? ਨੇਮ ਦੇ ਵਿੱਚ ਅਸਲ ਮਨੁੱਖ ਦੇ ਅੰਦਰ, ਕਿਉਂਕਿ ਸਾਨੂੰ ਪਤਾ ਹੀ ਨਹੀਂ ਅਸੀਂ ਇਹ ਚੀਜ਼ਾਂ ਕਿਉਂ ਕਰਦੇ ਹਾਂ, ਨੇਮ ਦੇ ਵਿੱਚ ਅਸਲ ਉਹਦਾ ਅਰਥ ਹੁੰਦਾ ਹੈ ਕਿ ਬੰਦੇ ਦੇ ਅੰਦਰ ਉੱਚਾ ਉੱਠਣ ਦੀ ਚਾਹਤ ਹੈ। ਉਹਦੇ ਅੰਦਰ ਜੋ ਪ੍ਰਚਲਿਤ ਕਿਸਮ ਦਾ ਜੀਵਨ ਜਿਉਂ ਰਿਹਾ ਜਾਂ ਹੰਢਾ ਰਿਹਾ ਹੈ, ਦਾ ਮਤਲਬ ਉਹਦੇ ਅੰਦਰ ਇਹ ਗਿਆਨ ਪਿਆ ਹੋਇਆ ਕਿ ਇਹ ਜਿਹੜਾ ਛੋਟਾ ਜੀਵਨ ਹੈ, ਇਹ ਮੇਰੇ ਹਾਇਰ ਜੀਵਨ ਦੇ ਬਰਾਬਰ ਨਹੀਂ। ਇਸ ਕਰਕੇ ਮੈਂ ਤਾਂ ਇਸ ਨੇਮ ਨੂੰ ਅਪਣਾਇਆ ਹੋਇਆ ਹੈ। ਜਿਵੇਂ ਇੱਕ ਬੱਚੇ ਦਾ ਅੰਮ੍ਰਿਤ ਵੇਲੇ ਉੱਠ ਕੇ ਰਾਤ 1-2 ਵਜੇ ਉੱਠ ਕੇ ਪੜ੍ਹਨ ਲੱਗ ਪੈਣਾ ਕੀ ਹੈ ਕਿ ਮੈਂ ਜਿਸ ਪ੍ਰੀਖਿਆ ਵਿੱਚ ਉਤਰਨਾ ਇਮਤਿਹਾਨ ਦੀ ਵਿੱਚ, ਉੱਥੇ ਮੈਂ ਪੂਰਾ ਮਜ਼ਬੂਤ ਹੋ ਸਕਾਂ, ਸਸ਼ਕਤ ਹੋ ਸਕਾਂ ਕਿ ਉਸ ਪ੍ਰੀਖਿਆ ਦੇ ਅੰਜਾਮ ਨੂੰ ਪੂਰਾ ਕਰ ਸਕਾਂ। ਇਸ ਕਰਕੇ ਉਹਦਾ ਜਾਗਣਾ ਹੈ। ਅਤੇ ਜਿਹੜਾ ਗੁਰਸਿੱਖ ਦਾ ਨਿਤਨੇਮ ਹੈ, ਉਹ ਇਸ ਕਰਕੇ ਹੈ ਕਿ ਮੇਰਾ ਆਦਰਸ਼ ਜੋਤ ਸਰੂਪ ਵਿੱਚ ਭੇਦ ਹੋਣਾ ਅਤੇ ਮਾਇਆ ਦੀ ਬਿੱਖ ਉਤਾਰਨੀ ਹੈ ਅਤੇ ਆਪਣੀ ਲਿਵ ਇਕਾਗਰਤਾ ਬਣਾਉਣੀ ਹੈ ਅਤੇ ਆਪਣੇ ਗਿਆਨਮਈ ਜੀਵਨ ਨੂੰ ਜਿਹੜਾ ਹੈ ਗੁਰੂ ਦੇ ਸ਼ਬਦ ਵਿੱਚੋਂ ਕਮਾਉਣਾ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਭਗਤ ਕਬੀਰ ਸਾਹਿਬ ਜੀ ਕਹਿੰਦੇ, ਉੱਠ ਕੇ ਨਾ ਜਪਹੇ ਮੁਰਾਰ। ਬੜੀ ਦੁਨੀਆ ਉੱਠਦੀ ਅੱਜ ਵੀ ਦੇਖੀਦਾ। ਹੁਣ ਇੱਕ ਹੋਰ ਇਹਦੇ ਵਿੱਚ ਨੁਕਤਾ ਸਮਝ ਆਉਂਦਾ ਹੈ। ਉੱਠਣਾ ਇੱਕ ਨੁਕਤੇ ਤੋਂ ਜੇ ਤਾਂ ਅਸੀਂ ਉੱਦਮ ਬਣਾ ਲਈਏ ਕਿ ਜੇ ਮੈਂ ਅੰਮ੍ਰਿਤ ਵੇਲੇ ਉੱਠਦਾ, ਮੇਰਾ ਬੜਾ ਉੱਦਮ ਹੈ, ਇਹ ਠੀਕ ਹੈ, ਤੁਹਾਨੂੰ ਸਮਾਜਿਕ ਨੁਕਤੇ ਤੋਂ ਚੰਗਾ ਹੋ ਸਕਦਾ ਜੇ ਸਮੇਂ ਸਿਰ ਬੰਦਾ ਉੱਠ ਜਾਂਦਾ ਹੈ। ਪਰ ਜੇ ਉਹਦਾ ਆਦਰਸ਼ ਬੰਦਗੀ ਨਾਲ ਨਹੀਂ ਜੁੜਦਾ
ਉਹਦਾ ਉੱਠਣਾ ਵੀ ਕੋਈ ਵੱਡੇ ਅਰਥ ਨਹੀਂ ਰੱਖਦਾ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਹਿਲਾਂ ਤਾਂ ਸੁੱਤਾ ਕੀ ਕਰ ਰਿਹਾ, ਜੇ ਉੱਠ ਵੀ ਗਿਆ ਤੇ ਉੱਠਣ ਤੋਂ ਬਾਅਦ ਤੇਰਾ ਕਰਮ ਕੀ ਹੈ। ਜਪਹਿ ਮੁਰਾਰ, ਇਹ ਕਰਮ ਨਹੀਂ ਕਰ ਰਿਹਾ ਤਾਂ ਤੇਰਾ ਸੁੱਤਾ ਵੀ ਵਿਅਰਥ ਹੈ, ਜਾਗਣਾ ਵੀ ਵਿਅਰਥ ਹੈ। ਇਸ ਕਰਕੇ ਫਿਰ ਅੱਗੇ ਸੁਚੇਤ ਕਰਦੇ ਨੇ, ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋੜ ਪਸਾਰ, ਕਿ ਜਿਸ ਸੌਣ ਦਾ ਬੜਾ ਹਵਾਲਾ ਦਿੰਦਾ ਕਿ ਬੜਾ ਆਨੰਦ ਆਉਂਦਾ ਹੈ। ਕਹਿੰਦੇ ਫਿਰ ਪ੍ਰਕਿਰਤੀ ਤੇਰੀ ਦੇਹ ਨੂੰ ਪੂਰਾ ਹੀ ਵਿਰਾਮ ਦੇਵੇਗੀ, ਉਹ ਪੱਕੀ ਨੀਂਦਰ ਦੀ ਅਵਸਥਾ ਵਿੱਚ ਲੈ ਜਾਏਗੀ। ਹੁਣ ਨੀਂਦਰ ਦੀ ਅਵਸਥਾ ਹੁੰਦੀ ਹੈ ਅਤੇ ਸਰੀਰ ਦਾ ਇੱਕ ਹਿੱਸਾ ਚੇਤਨ ਹੁੰਦਾ ਹੈ, ਮਤਲਬ ਬਿਸਤਰ ਦੇ ਉੱਪਰ ਜੋ ਕੁਝ ਠੀਕ ਨਾ ਲੱਗੇ ਆਪਣੇ ਸਰੀਰ ਦੀ ਮੁਦਰਾ ਨੂੰ ਬਦਲ ਲੈਣਾ, ਕਦੀ ਸੱਜੇ ਕਦੀ ਖੱਬੇ। ਪਰ ਜਿਹੜੀ ਪ੍ਰਕਿਰਤੀ ਦੀ ਮੌਤ ਰੂਪ ਨੀਂਦ ਤੈਨੂੰ ਉਹਨੇ ਉਪਲਬਧ ਕਰਵਾਉਣੀ ਹੈ, ਉਹਦੇ ਵਿੱਚ ਕੋਈ ਉਸਲ ਵੱਟੇ ਮਾਰਨ ਦਾ ਖਿਆਲ ਨਹੀਂ, ਉਹ ਦਿਨ ਸਰਪਟ ਹੀ ਲੇਟਿਆ ਹੋਏਗਾ। ਇਹਦਾ ਭਾਵ ਕੀ ਹੈ ਕਿ ਜੇ ਤੇਰੇ ਜੀਵਨ ਦੀਆਂ ਜਿਹੜੀਆਂ ਹੋਣ ਵਾਲੀਆਂ ਹਾਲਤਾਂ ਹਿਲ ਜੁਲ ਵਾਲੀਆਂ ਨੇ, ਜੇ ਪਰਮੇਸ਼ਰ ਦੇ ਨਾਮ ਜਪ ਦੇ ਨਾਲ ਇਹਨਾਂ ਨੂੰ ਥਿਰ ਨਹੀਂ ਕਰੇਗਾ ਤਾਂ ਕੀ ਹੋਏਗਾ ਕਿ ਫਿਰ ਪ੍ਰਕਿਰਤੀ ਨੇ ਤਾਂ ਆਪਣੇ ਅਧੀਨ ਕਰ ਲੈਣਾ ਅਤੇ ਉਹਦੇ ਵਿੱਚ ਤੈਨੂੰ ਕਾਲ ਦੀ ਮਾਰਚ ਕਰਕੇ ਉਹਨੇ ਆਪਣੇ ਵੱਸ ਕਰ ਲੈਣਾ। ਉਸ ਤੋਂ ਪਹਿਲਾਂ ਤੇਰੀ ਸੁਚੇਤਗੀ ਦੇ ਜਿਹੜੇ ਕਰਮ ਹਨ ਉਹਨਾਂ ਨੂੰ ਧਾਰਨ ਕਰ। ਇਸ ਕਰਕੇ ਜਪ, ਹੁਣ ਅਸੀਂ ਜਦੋਂ ਨਾ ਅੰਮ੍ਰਿਤ ਵੇਲੇ ਦੀ ਸਾਧਨਾ ਕਰਦੇ ਹਾਂ ਤਾਂ ਉਹਦੇ ਵਿੱਚ ਬੜੇ ਉੱਚਤਮ ਭਾਵ ਹੁੰਦੇ ਨੇ। ਉੱਚਤਮ ਭਾਵ ਦਾ ਕੀ ਮਤਲਬ ਹੈ ਕਿ ਜਿਵੇਂ ਅਸੀਂ ਸ਼ਬਦ ਦੇ ਵਿੱਚ ਆਉਂਦਾ ਗੁਰ ਕੈ ਸ਼ਬਦ ਹੈ ਜੇ ਮਰੈ, ਜਿਹੜੇ ਜਿਨ੍ਹਾਂ ਦੀ ਬੜੀ ਲੰਬੀ ਸਾਧਨਾ ਹੋ ਗਈ, ਜਿਹੜੇ ਅਜੇ ਚੱਲੇ ਨਹੀਂ ਉਹਨਾਂ ਦੀ ਨਹੀਂ, ਜਿਨ੍ਹਾਂ ਦੀ ਬਹੁਤ ਲੰਬੀ ਘੱਟੋ ਘੱਟ 20-25 ਸਾਲ ਦੀ ਸਾਧਨਾ ਹੋ ਗਈ ਹੈ, ਉਹਨਾਂ ਦਾ ਇੱਕ ਐਸਾ ਅਨੁਭਵ ਹੁੰਦਾ ਹੈ ਕਿ ਫਿਰ ਉਹਨਾਂ ਦੇ ਅੰਮ੍ਰਿਤ ਵੇਲੇ ਦੀ ਨਿਰੰਤਰਤਾ ਕਿਵੇਂ ਬਣਦੀ। ਹੁਣ ਕਈ ਵਾਰੀ ਪੁੱਛਣਗੇ ਬਹੁਤ ਲੋਕ ਕਿ ਤੁਹਾਡੀ ਨਿਰੰਤਰਤਾ ਕਿਵੇਂ ਬਣੀ ਰਹਿੰਦੀ ਹੈ। ਉਹਦਾ ਭਾਵ ਇਹ ਕਿ ਜਦੋਂ ਮਨੁੱਖ ਦੀ ਮਨ ਅਤੇ ਸੁਰਤ ਦੇ ਹਿੱਸੇ ਜਾਗ ਜਾਂਦੇ ਨੇ, ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਜਿਹੜੀ ਮੈਂ ਦਿਨ ਭਰ ਦੀ ਸਾਰੀ ਖੱਜਲ ਖੁਆਰੀ ਹੰਢਾਈ ਹੈ, ਉਹਦੇ ਵਿੱਚ ਮੈਂ ਆਪਣੇ ਬੈਲੈਂਸ ਵੀ ਬਣਾਉਂਦਾ ਰਿਹਾ ਪਰ ਨਹੀਂ ਬਣੇ। ਪਰ ਇਸ ਸਮੇਂ ਦੇ ਵਿੱਚ ਆ ਕੇ ਮੇਰਾ ਸਾਰਾ ਕੁਝ ਛੁੱਟ ਜਾਂਦਾ ਹੈ। ਮੈਂ ਕਿਵੇਂ ਦਾ ਹਾਂ, ਸਮਾਜਿਕ ਜੀਵਨ ਕਿਵੇਂ ਜਿਉ ਰਿਹਾ ਹਾਂ, ਜਾਂ ਮੇਰੀ ਸੁਰਤ 'ਤੇ ਕਿਹੜੇ ਪ੍ਰਭਾਵ ਨੇ, ਮੇਰਾ ਮਨ ਦਾ ਕਿਹੜੇ ਤਰਫ ਆਕਰਸ਼ਣ ਹੈ, ਉਹ ਸਾਰਾ ਸਿਫਰ 'ਤੇ ਆ ਜਾਂਦਾ ਹੈ। ਇਸ ਕਰਕੇ ਗੁਰਸਿੱਖ ਅੰਮ੍ਰਿਤ ਵੇਲੇ ਦੀ ਉਹਦੀ ਚਾਹ ਬਣਦਾ ਉਹਦੇ ਅੰਦਰ। ਕਿਉਂਕਿ ਉਹਨੂੰ ਪਤਾ ਜਿਹੜੀ ਮੇਰੀ ਸੰਸਾਰ ਦਾ ਇੱਕ ਹਿੱਸਾ ਹੈ ਉਹ ਇਸ ਵੇਲੇ ਵਿੱਚ ਹੀ ਮੇਰੇ ਕੋਲੋਂ ਛੁੱਟਦਾ ਹੈ ਪੂਰੀ ਤਰ੍ਹਾਂ, ਅਤੇ ਮੈਂ ਪੂਰੀ ਤਰ੍ਹਾਂ ਸੁਰਤ ਰੂਪ ਹੋ ਜਾਂਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਇਸ ਤਰ੍ਹਾਂ ਦੀ ਸਾਧਨਾ ਨਹੀਂ ਕਰੇਗਾ ਤਾਂ ਜੀਵਨ ਨਿਸ਼ਫਲ ਜਾ ਰਿਹਾ ਹੈ। ਆਖਰ ਕੀ ਹੋਏਗਾ, ਲਾਂਭੇ ਗੋਂਡ ਪਸਾਰ, ਜਿਸ ਨੀਂਦ ਦੇ ਹਵਾਲੇ ਨੂੰ ਕਹਿ ਕੇ ਅੰਮ੍ਰਿਤ ਵੇਲੇ ਦੀ ਮਹੱਤਤਾ ਰੱਦ ਕਰ ਦਿੰਦਾ ਹੈ, ਗੁਰੂ ਦੁਆਰ 'ਤੇ ਜਾਣਾ ਛੱਡ ਦਿੰਦਾ ਹੈ। ਫਿਰ ਕਹਿੰਦੇ ਇਸ ਸਾਉਣ ਨੇ ਵੀ ਕੋਈ ਤੈਨੂੰ ਮੁਕਤੀ ਨਹੀਂ ਦਿਵਾ ਦੇਣੀ, ਇਹਨੇ ਵੀ ਤੈਨੂੰ ਕਾਲ ਦੀ ਮਾਰ ਦੇ ਅਧੀਨ ਹੀ ਲਿਜਾ ਕੇ ਤੇ ਜਿਹੜਾ ਤੇਰਾ ਜੀਵਨ ਦਾ ਸਿਲਸਿਲਾ ਸਮਾਪਤ ਕਰ ਦੇਣਾ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਬੀਰ ਸੂਤਾ ਕਿਆ ਕਰਹਿ ਬੈਠਾ ਰਹੋ ਅਰ ਜਾਗ। ਇਸੇ ਪ੍ਰਕਾਰ ਹੁਣ ਅਗਲੇ ਸ਼ਲੋਕ ਵਿੱਚ, ਕਿਉਂਕਿ ਇਹ ਤਿੰਨੇ ਸ਼ਲੋਕ ਇੱਕੋ ਨੁਕਤੇ 'ਤੇ ਹਨ, ਕਹਿੰਦੇ ਇਸੇ ਪ੍ਰਕਾਰ ਪਹਿਲਾਂ ਸੁੱਤਿਆਂ ਕੀ ਕੀਤਾ, ਜੇ ਹੁਣ ਜਾਗ ਗਿਆ ਹੈ ਇਸ ਕਰਕੇ ਬੈਠਾ ਰਹੋ। ਇਸ ਕਰਕੇ ਜੇ ਜਾਗ ਗਿਆ ਹੈ ਤਾਂ ਹੁਣ ਕਿਸੇ ਨੇਮ ਦੇ ਵਿੱਚ ਆਪਣੇ ਆਪ ਨੂੰ ਪਾ ਕੇ ਟਿਕਾ। ਇਸ ਕਰਕੇ ਜਾਗਣ ਦਾ ਉਦਮ ਕਰ। ਕੀ ਕਰਨਾ ਹੈ, ਜਾਂ ਕੇ ਸੰਗ ਤੇ ਬੀਸ਼ੁਰਾ ਤਾਂ ਹੀ ਕੇ ਸੰਗ ਲਾਗ। ਅੰਮ੍ਰਿਤ ਵੇਲੇ ਉੱਠੇ ਹਾਂ, ਜੇ ਕਾਰੋਬਾਰ ਦਾ ਚੇਤਾ ਕਰਨਾ ਸਕਿੰਟ ਲੱਗੇਗਾ, ਆਪਣੇ ਮੋਬਾਈਲ ਦਾ ਰਿਮਾਈਂਡਰ ਦੇਖੀਏ ਕਿੰਨੀਆਂ ਮੀਟਿੰਗਾਂ ਨੇ, ਕੀ ਅੱਜ ਲੈਣ ਦੇਣ ਕਰਨਾ ਹੈ, ਇੱਕ ਸਕਿੰਟ 'ਚ ਸਾਰਾ ਸੰਸਾਰ ਯਾਦ। ਪਰਿਵਾਰ ਦੀ ਕਿੰਨੀਆਂ ਮੁਸ਼ਕਿਲਾਂ ਚੱਲ ਰਹੀਆਂ ਨੇ, ਜਰਾ ਜਿੰਨਾ ਰਾਤ ਦਾ ਉਹ ਆਪਣੀ ਗੱਲਬਾਤ ਦੇਖੋ ਸਾਰੀ ਯਾਦ। ਹੋਰ ਜਿਹੜੇ ਮਨ ਦੇ ਵਿਸ਼ਿਆਂ ਵਿਕਾਰਾਂ ਦੇ ਰਸ ਹਨ, ਕੋਈ ਉਵੇਂ ਦੀ ਇੱਕ ਖਿਆਲ ਲਿਆਓ ਸਾਰੇ ਹਾਜ਼ਰ। ਪਰ ਨਿਤਨੇਮ 'ਚ ਬੈਠ ਗਏ ਆ, ਕਹਿੰਦੇ ਘੰਟਾ ਕਰ ਲਿਆ ਜੀ, ਇੱਕ ਸਕਿੰਟ ਦੀ ਵੀ ਇਕਾਗਰਤਾ ਨਹੀਂ ਬਣੀ। ਇਸ ਕਰਕੇ ਇਹਦਾ ਮਤਲਬ ਹੈ ਜਾ ਕੇ ਸੰਗ ਤੇ ਬੀਸ਼ੁਰਾ, ਜਿਹਦੇ ਆਦਰਸ਼ ਨਾਲ ਉਹ ਵਿਛੜਿਆ ਹੋਇਆ ਹੈ, ਇਹਦਾ ਮਤਲਬ ਤੇਰੇ ਅੰਦਰ ਸੰਸਾਰ ਦਾ ਦਖਲ ਜ਼ਿਆਦਾ ਹੈ। ਅਤੇ ਉਹ ਕਿੱਡੀ ਛੇਤੀ ਆ ਗਿਆ ਕਿ ਇੱਕ ਸਿਰਫ ਉਹਨੂੰ ਦੇਖਿਆ ਮੋਬਾਈਲ ਦਾ ਇੱਕ ਹਿੱਸਾ ਅਤੇ ਸਾਰਾ ਕੁਝ ਹੀ ਅੰਦਰ ਖੁੱਲ੍ਹ ਗਿਆ। ਪਰ ਦੂਜੇ ਪਾਸੇ ਦੇਖ ਕੇ 1 ਘੰਟੇ ਦੀ ਸਾਧਨਾ ਕੀਤੀ ਹੈ ਅਤੇ 1 ਮਿੰਟ ਦੀ ਵੀ ਇਕਾਗਰਤਾ ਨਹੀਂ ਬਣੀ, ਇਹਦਾ ਮਤਲਬ ਤੂੰ ਵਿਛੜਿਆ ਹੋਇਆ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਾਂ ਕੇ ਸੰਗ ਤੇ ਬੀਸ਼ੁਰਾ ਤਾਂ ਹੀ ਕੇ ਸੰਗ ਲਾਗ, ਕਿ ਜਿਸ ਸੰਗ ਤੋਂ ਵਿਛੜਿਆ ਹੋਇਆ। ਹੁਣ ਭਗਤ ਕਬੀਰ ਸਾਹਿਬ ਨੇ ਲਿਖਿਆ ਜਾਂ ਕੇ ਸੰਗ। ਹੁਣ ਕੀ ਹੈ ਕਿ ਮਨੁੱਖ ਕੋਲ ਦੁਨੀਆ ਦਾ ਸੰਗ ਹੈ, ਹਰ ਵੇਲੇ ਹੈ। ਗੁਰੂ ਘਰ ਵੀ ਬੈਠਾ ਤਾਂ ਵੀ ਮਨੁੱਖ ਦੇ ਕੋਲ, ਇਹ ਥੋੜ੍ਹਾ ਕਿ ਹੁਣ ਸਤ ਸੰਗਤ 'ਚ ਬੈਠਾ ਅਤੇ ਸਤ ਕਰਕੇ ਹੀ ਬੈਠਾ। ਦੁਨੀ ਸੰਗ ਕਰਕੇ ਵੀ ਤਾਂ ਬੰਦਾ ਬੈਠ ਸਕਦਾ। ਮਤਲਬ ਕੀ ਹੈ ਕਿ ਦੇਹ ਅਭਿਆਸ ਉਹਦਾ ਸਤ ਸੰਗਤ ਰੂਪ ਦੇ ਵਿੱਚ ਪੂਰਾ ਹੋ ਰਿਹਾ ਹੈ, ਮਾਨਸਿਕ ਅਭਿਆਸ ਉਹ ਦੁਨੀਆਦਾਰੀ ਵਾਲਾ ਕਰ ਰਿਹਾ ਹੈ।
ਬੰਦੇ ਦੇ ਅੰਦਰ ਦੋ ਪਰਤੀਆਂ ਅਸੀਂ ਗੁਰਬਾਣੀ 'ਚ ਕਲ ਕਲੇਸ਼ ਸ਼ਬਦ ਪੜ੍ਹਦੇ ਹਾਂ, ਉਹ ਬੜਾ ਗਹਿਰਾ ਸ਼ਬਦ ਹੈ ਕਿ ਦੇਹ ਦਾ ਅਭਿਆਸ ਇਹਦਾ ਗੁਰੂ ਘਰ ਬੈਠਾ ਹੋਇਆ ਹੈ, ਮਾਨਸਿਕ ਅਭਿਆਸ ਇਹਦਾ ਕਿਤੇ ਹੋਰ ਚੱਲ ਰਿਹਾ ਹੈ, ਤਾਂ ਇਹਨੂੰ ਵੀ ਕਲ ਕਲੇਸ਼ ਗੁਰਬਾਣੀ 'ਚ ਕਿਹਾ ਗਿਆ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਾਂ ਕੇ ਸੰਗ ਤੇ ਬੀਸ਼ੁਰਾ ਤਾਂ ਹੀ ਕੇ ਸੰਗ ਲਾਗ, ਜਿਸ ਕੋਲੋਂ ਵਿਛੜਨ ਕਰਕੇ ਬਾਕੀ ਤੇਰੇ ਵੇਲੇ। ਕਿਉਂਕਿ ਅੰਮ੍ਰਿਤ ਦਾ ਭਾਵ ਹੈ ਤੈਨੂੰ ਕਾਲ ਦੀ ਸਾਰੀ ਮਾਰ ਤੋਂ ਰਹਿਤ ਕਰਨਾ। ਹੁਣ ਦੇਖੋ ਅਸੀਂ ਅੰਮ੍ਰਿਤ ਵੇਲਾ ਉਹਨੂੰ ਕਿਉਂ ਕਹਿੰਦੇ ਹਾਂ, ਕਦੇ ਇਹਦੀ ਵੀ ਬਹੁਤ ਦੀਰਘ ਵਿਚਾਰ ਹੋਣੀ ਚਾਹੀਦੀ। ਅਸਲ ਹੈ ਕਿ ਕਿਉਂਕਿ ਸਾਨੂੰ ਜਦੋਂ ਪਤਾ ਨਹੀਂ ਹੁੰਦਾ ਅਸੀਂ ਕਰਮ ਅਗਿਆਨ 'ਚ ਹੀ ਕਰੀ ਜਾਂਦੇ ਹਾਂ ਜਾਂ ਘੱਟ ਗਿਆਨ 'ਚ ਕਰੀ ਜਾਂਦੇ ਹਾਂ। ਹੁਣ ਅੰਮ੍ਰਿਤ ਵੇਲੇ ਦਾ ਭਾਵ ਕੀ ਹੈ ਕਿ ਅੰਮ੍ਰਿਤ ਸ਼ਬਦ ਵਰਤਦੇ, ਉਹਦਾ ਮਤਲਬ ਕੀ ਹੈ ਕਿ ਜਦੋਂ ਦੁਨੀਆ 'ਚ ਜਾਣਾ ਹੈ, 9-10 ਵਜੇ ਦਿਨ ਆਰੰਭ ਹੋਣਾ ਹੈ, ਉਦੋਂ ਦਵੈਤ ਦਾ ਦਖਲ ਸਾਡੇ ਅੰਦਰ ਆਉਣਾ ਹੈ। ਅੰਮ੍ਰਿਤ ਵੇਲੇ ਅਸੀਂ ਪ੍ਰੀਤ ਦ੍ਰਿੜ ਕੀਤੀ ਹੈ ਕਿ ਸਗਲ ਮਾਲਕ ਸਭ ਮੈਂ ਜੋਤ ਜੋਤ ਹੈ ਸੋਏ, ਜਾਂ ਸਾਰਿਆਂ ਦੇ ਅੰਦਰ ਪ੍ਰਭੂ ਜੋਤ ਹੈ, ਅਤੇ ਉਸੇ ਨੂੰ ਅਸੀਂ ਦੇਖਣਾ ਹੈ। ਅਸੀਂ ਗਿਆਨ ਦਾ ਕਰਮ ਦ੍ਰਿੜ ਕਰਕੇ ਅਤੇ ਆਪਣੇ ਅੰਦਰ ਇਹ ਅਹਿਸਾਸ ਭਰਿਆ ਹੈ, ਪਰ ਜਦੋਂ ਦੁਨੀਆ 'ਚ ਜਾਣਾ ਹੈ, ਦੁਨੀਆ ਨੇ ਸਾਨੂੰ ਦਵੈਤ ਦੇਣਾ ਹੀ ਦੇਣਾ ਹੈ, ਜਾਂ ਮਿਲੇਗਾ ਹੀ ਮਿਲੇਗਾ। ਕਿਵੇਂ ਮਿਲੇਗਾ? ਜਦੋਂ ਉੱਠ ਕੇ ਚੱਲਾਂਗੇ ਤਾਂ ਉਦੋਂ ਹੀ ਖਿਆਲ ਆ ਜਾਏਗਾ ਇਹ ਬੇਗਾਨਾ ਹੈ, ਪਰਾਇਆ ਹੈ, ਵਿਰੋਧੀ ਹੈ, ਪੱਖੀ ਹੈ, ਅਤੇ ਇਹ ਮਨਮੁਖ ਹੈ, ਇਹ ਨਾਸਤਕ ਹੈ। ਇਹੋ ਜਿਹੇ ਸਾਰੇ ਦਵੈਤ ਸਾਡੇ ਅੰਦਰ ਆਉਣੇ ਨੇ। ਅਤੇ ਜਿਹੜੀ ਅੰਮ੍ਰਿਤ ਵੇਲੇ ਦੀ ਸਾਧਨਾ ਹੈ ਉਹ ਸਾਡੀ ਸੁਰਤ ਦੀ ਸੰਭਾਲ ਬਣਾ ਕੇ ਰੱਖਦੀ ਹੈ ਕਿ ਬੰਦਾ ਰਹਿੰਦਾ ਤਾਂ ਦਵੈਤ ਦੇ ਵਿੱਚ ਹੈ, ਪਰ ਉਹ ਆਪਣੇ ਅੰਦਰਲੇ ਹਿੱਸਿਆਂ ਨੂੰ ਇਹਦੇ ਤੋਂ ਮੁਕਤ ਰੱਖਦਾ। ਉਹ ਕਹਿੰਦਾ ਠੀਕ ਹੈ ਬੰਦੇ ਗਲਤ ਨੇ, ਪਰ ਇਹ ਕਿਸੇ ਰੱਬੀ ਨੇਮ ਵਿੱਚ ਹੀ ਪੈਦਾ ਹੋਏ ਨੇ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਫਿਰ ਉਹ ਜਿਹੜਾ ਅੰਮ੍ਰਿਤ ਵੇਲੇ ਦੀ ਸਾਧਨਾ ਹੈ ਉਹ ਸਾਨੂੰ ਦਵੈਤ ਤੋਂ ਬਚਾਉਂਦੀ ਹੈ। ਫਿਰ ਜਿਹੜਾ ਵਿਕਾਰਾਂ ਦਾ ਖਿਆਲ ਪੈਦਾ ਹੋਣਾ ਹੁੰਦਾ ਹੈ, ਜਾਂ ਜਿਹੜੀ ਦੁਨੀਆਦਾਰੀ ਦੇ ਦਖਲ ਫਿਰ ਜੀਵਨ 'ਚ ਪੈਦਾ ਹੋਣੇ ਹੁੰਦੇ ਹਨ, ਉਹਨਾਂ 'ਤੇ ਫਿਰ ਵਿਰਾਮ ਲੱਗਦਾ। ਕਿਵੇਂ ਵਿਰਾਮ ਲੱਗਦਾ ਹੈ? ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਕਿਸੇ ਉੱਚੇ ਪੱਧਰ ਵੱਲ ਉੱਠਣ ਦੀ ਕੋਸ਼ਿਸ਼ ਕਰ ਰਿਹਾ ਅਤੇ ਸੰਸਾਰ ਫਿਰ ਮੈਨੂੰ ਆਪਣੀ ਤਰਫ ਖਿੱਚ ਰਿਹਾ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਾਂ ਕੇ ਸੰਗ ਤੇ ਬੀਸ਼ੁਰਾ, ਜਿਹਦੇ ਨਾਲੋਂ ਤੇਰਾ ਵਿਛੜਨ ਹੋਇਆ। ਹੁਣ ਇਸ ਕਰਕੇ ਸਾਡਾ ਜੀਵਨ ਅੰਮ੍ਰਿਤ ਵੇਲਾ ਨਹੀਂ ਬਣਦਾ। ਅੰਮ੍ਰਿਤ ਵੇਲਾ ਕਿਉਂ ਨਹੀਂ ਬਣਦਾ? ਕਿ ਸਾਨੂੰ ਗੁਣਾਂ ਦੀ ਸਾਰ ਨਹੀਂ ਹੈ, ਅਤੇ ਗੁਣਾਂ ਦੀ ਸਾਰ ਬੰਦਗੀ 'ਚੋਂ ਪੈਦਾ ਹੋਣੀ ਹੈ। ਇਸੇ ਕਰਕੇ ਜਿਹੜੇ ਦੁਨੀਆ ਦੇ ਮਹਾਂਪੁਰਖ ਲੋਕ ਹੋਏ ਨੇ, ਜਾਂ ਜਿਹੜੇ ਵੱਡੇ ਬੰਦਗੀ ਵਾਲੇ ਲੋਕ ਹੋਏ ਹਨ, ਉਹਨਾਂ ਕੋਲ ਸਲਫ ਦਾ ਜੀਵਨ ਨਹੀਂ ਹੈਗਾ। ਉਹਨਾਂ ਦਾ ਜੀਵਨ ਵੀ ਪਰ ਹੋ ਗਿਆ। ਪਰਕ ਹੋ ਗਿਆ ਦਾ ਮਤਲਬ ਕੀ ਹੈ ਕਿ ਉਹਨਾਂ ਦੀ ਸਾਧਨਾ ਨੇ ਉਹਨਾਂ ਨੂੰ ਇਸ ਤਰ੍ਹਾਂ ਦੀ ਘਾੜਤ ਬਣਾ ਦਿੱਤੀ ਕਿ ਫਿਰ ਉਹਨਾਂ ਨੇ ਇੱਕ ਮਾਲਕ ਦੇ ਅਭਿਆਸ ਨੂੰ ਅੰਮ੍ਰਿਤ ਵੇਲੇ ਦੇ ਭਾਵ ਵਿੱਚ ਮਾਣਿਆ, ਇੱਕ ਜਦੋਂ ਦੁਨੀਆ ਵਿੱਚ ਵੀ ਵਰਤੇ ਅਤੇ ਉਦੋਂ ਵੀ ਖਲਕਤ ਦੇ ਵਿੱਚ ਖਾਲਕ ਨੂੰ ਦੇਖਿਆ। ਇਹ ਉਹਨਾਂ ਦੇ ਵੱਡੇ ਜੀਵਨ ਦਾ ਅੰਸ਼ ਹੁੰਦਾ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਾਂ ਕੇ ਸੰਗ ਤੇ ਬੀਸ਼ੁਰਾ ਤਾਂ ਹੀ ਕੇ ਸੰਗ ਲਾਗ। ਹੁਣ ਇੱਕ ਨਿੱਜੀ ਅਨੁਭਵ ਦਾ ਆਪ ਦੇ ਸਨਮੁਖ ਅਰਜ਼ ਕਰਾਂ। ਮਨੁੱਖ ਆਪਣੀ ਜ਼ਿੰਦਗੀ 'ਚ ਨਾ ਮਾਨਸਿਕ ਟਿਕਾਅ ਦੇ ਬੜੇ ਢੰਗ ਲੱਭਦਾ ਹੈ। ਜਿਵੇਂ ਆਮ ਲੋਕ ਸੋਚਦੇ ਨੇ ਕਿ ਸੰਗੀਤ ਮਨੁੱਖ ਨੂੰ ਨਾ ਟਿਕਾਅ ਦੇ ਵਿੱਚ ਲੈ ਜਾਂਦਾ ਹੈ, ਜਾਂ ਜਿਹੜੀ ਇਕੱਲਤਾ ਹੈ ਮਨੁੱਖ ਨੂੰ ਟਿਕਾਅ ਦੇ ਵਿੱਚ ਲੈ ਜਾਂਦੀ ਹੈ, ਜਾਂ ਦੁਨੀਆ ਦੀ ਖੱਜਲ ਖੁਆਰੀ ਤੋਂ ਮੁਕਤੀ ਜਿਹੜੀ ਹੈ ਉਹ ਬੰਦੇ ਨੂੰ ਟਿਕਾਅ ਵਿੱਚ ਲੈ ਜਾਂਦੀ ਹੈ। ਪਰ ਇਹ ਜਿਹੜੇ ਸਾਰੇ ਅਨੁਭਵ ਨੇ ਇਹ ਮਨੁੱਖ ਨੂੰ ਟਿਕਾਅ ਵਿੱਚ ਨਹੀਂ ਲਿਜਾਂਦੇ। ਮਨੁੱਖ ਦੇ ਜਿਹੜੇ ਗਿਆਨ ਦੀ ਸਾਧਨਾ ਹੈ, ਜਿਹੜੀ ਉਹਨੇ ਆਪਣਾ ਅਧਿਐਨ ਕਰਕੇ ਕਮਾਇਆ ਹੁੰਦਾ ਹੈ, ਉਹ ਵੀ ਉਹਨੂੰ ਹਰ ਵੇਲੇ ਪਛੇਮਾਨ ਰੱਖਦਾ ਹੈ, ਕਿਉਂਕਿ ਉਹ ਆਪਣੇ ਮਾਨਸਿਕ ਤਲ ਦੇ ਹਜ਼ਾਰਾਂ ਜਗਤ ਇਕੱਠੇ ਜਿਉਂ ਰਿਹਾ ਹੁੰਦਾ ਹੈ। ਇਸ ਕਰਕੇ ਉਹਦੇ ਕੋਲੋਂ ਇਹ ਨਹੀਂ ਬਣਦਾ ਕਿ ਮੈਂ ਕਿਸ ਕੇਂਦਰ 'ਤੇ ਟਿਕਾਂ। ਜਦੋਂ ਉਹ ਦੁੱਖ ਦੇਖਦਾ ਹੈ ਅਤੇ ਉਹ ਦੁੱਖ ਦੇ ਅੰਦਰਲੇ ਕਿਸੇ ਪਸਾਰ ਨੂੰ ਬੁੱਝਣ ਲੱਗ ਪੈਂਦਾ, ਇਸ ਕਰਕੇ ਉਹ ਸਾਰੀ ਪਛੇਮਾਨੀ ਹਟਾਉਂਦਾ ਹੈ। ਜਦੋਂ ਉਹ ਕਿਸੇ ਹੋਰ ਭਾਵ ਵਿੱਚ ਹੁੰਦਾ ਹੈ, ਉਤਸ਼ਾਹ ਭਾਵ ਦੇ ਵਿੱਚ, ਉਦੋਂ ਜਗਤ ਦੀ ਕੋਈ ਹੋਰ ਪ੍ਰਤੀਤ ਬੁੱਝਣ ਲੱਗ ਪੈਂਦਾ। ਇਸ ਕਰਕੇ ਗਿਆਨੀ ਬੰਦੇ ਦਾ ਕਿਤੇ ਵੀ ਬੈਲੈਂਸ ਨਹੀਂ ਬਣਦਾ ਹੁੰਦਾ, ਭਾਵੇਂ ਉਹਦੇ ਕੋਲ ਕਿੰਨਾ ਗਿਆਨ ਹੋਵੇ। ਫਿਰ ਉਹ ਗੁਰੂ ਸ਼ਬਦ ਨਾਲ ਜੁੜਦਾ ਹੈ। ਫਿਰ ਉਹਨੂੰ ਪਤਾ ਹੈ ਕਿ ਮੈਨੂੰ ਗੁਰੂ ਸ਼ਬਦ ਨੇ ਠਾਹਰ ਦੇਣੀ ਹੈ, ਅਤੇ ਗੁਰੂ ਸ਼ਬਦ ਦੀ ਜਦੋਂ ਉਹਦੇ ਸੁਰਤ ਅੰਦਰ ਪ੍ਰਵੇਸ਼ ਹੁੰਦਾ ਹੈ ਅਤੇ ਉਹਦੇ ਅੰਦਰ ਦਾ ਕੱਲਾ ਕੱਲਾ ਹਿੱਸਾ ਖਿੜ ਜਾਂਦਾ। ਇਸ ਕਰਕੇ ਉੱਥੇ ਜ਼ਿਕਰ ਆਉਂਦਾ ਨਾ ਗੁਰਬਾਣੀ ਦੇ ਵਿੱਚ ਕਿ ਅੰਮ੍ਰਿਤ ਬਾਣੀ ਹਰ ਹਰ ਤੇਜੀ ਸੁਣ ਸੁਣ ਹੋਵੈ ਪਰਮ ਗਤ ਮੇਰੀ। ਉੱਥੇ ਪਰਮ ਸ਼ਬਦ ਕਿਉਂ ਵਰਤਿਆ ਹੈ? ਕਿ ਉਂਝ ਬੜਾ ਗਿਆਨ ਕਮਾਇਆ ਹੈ, ਗਿਆਨ ਦੇ ਬੜੇ ਆਸਪੈਕਟ ਕਮਾਏ ਨੇ, ਗਿਆਨ ਦਾ ਅਮਲ ਵੀ ਕਮਾਇਆ ਹੈ, ਪਰ ਕੀ ਹੈ ਕਿ ਫਿਰ ਵੀ ਉਹ ਇੱਕ ਖਾਸ ਕਿਸਮ ਦਾ ਮਾਨਸਿਕ ਟਿਕਾਅ ਨਹੀਂ ਬਣਨ ਦੇ ਰਿਹਾ। ਅਤੇ ਫਿਰ ਗੁਰੂ ਸ਼ਬਦ ਨੂੰ ਆਪਣੇ ਕੀਰਤਨ ਦੇ ਵਿੱਚ ਪਾ ਕੇ ਅਤੇ ਉਹਦੀ ਸੁਰਤ ਨੂੰ ਨਾਮ ਦਾ ਅਭਿਆਸ ਦਾ ਰੰਗ ਚਾੜ੍ਹਦੇ ਨੇ, ਅਤੇ ਫਿਰ ਗੁਰਸਿੱਖ ਦੇ ਜੀਵਨ 'ਚ ਕੋਈ ਵੱਡਾ ਨੇਮ ਬਣ ਕੇ ਅਤੇ ਉਹਦਾ ਟਿਕਾਅ ਬਣਦਾ। ਇਸ ਕਰਕੇ ਨਹੀਂ ਛੱਡਿਆ ਜਾਂਦਾ ਅੰਤਮ ਸਮੇਂ ਤੱਕ। ਤਾਂ ਹੀ ਜਿਹੜੀ ਪਿਛਲੇ ਹੁਣ ਤਾਂ ਚਲੋ ਅਰਦਾਸ ਦੇ ਵਿੱਚ ਵੀ ਜ਼ਿਕਰ ਮੁੱਕ ਗਏ ਨੇ,
ਤਾਂ ਪਹਿਲਾਂ ਇੱਕ ਅਸੀਂ ਬਚਪਨ ਦੇ ਵਿੱਚ ਜ਼ਿਕਰ ਸੁਣਿਆ ਹੈ ਕਿ ਅੰਤਮ ਸਵਾਸ ਤੱਕ ਅੰਮ੍ਰਿਤ ਵੇਲੇ ਦੀ ਸੰਭਾਲ ਨਿਭ ਜਾਏ। ਅੰਤਮ ਸਵਾਸ ਤੱਕ ਦਾ ਮਤਲਬ ਕੀ ਹੈ ਕਿ ਇਸ ਕਰਕੇ ਕਿਉਂਕਿ ਇਹ ਦਾਤ ਅਭਿਆਸ ਨੇ, ਜੇ ਮਨੁੱਖ ਆਪਣੇ ਨਿੱਜੀ ਯਤਨ ਦੇ ਨਾਲ, ਇਸ ਕਰਕੇ ਅੰਮ੍ਰਿਤ ਵੇਲੇ ਦਾ ਇੱਕ ਹੋਰ ਵੀ ਭਾਵ ਹੈ ਕਿ ਇਹਨੂੰ ਆਪਣਾ ਨਿੱਜ ਯਤਨ ਨਹੀਂ ਸਮਝਣਾ, ਇਹਨੂੰ ਬਖਸ਼ਿਸ਼ 'ਤੇ ਆਧਾਰਿਤ ਰੱਖਣਾ। ਅਤੇ ਬਖਸ਼ਿਸ਼ 'ਤੇ ਆਧਾਰਿਤ ਰੱਖੋਗੇ ਤਾਂ ਫਿਰ ਬੰਦੇ ਦੇ ਨੇਮ ਦੀ ਜਿਹੜੀ ਉਹਨੇ ਇੱਕ ਬਣਾਈ ਹੁੰਦੀ ਹੈ ਨਾ, ਕੀ ਆਖਦੇ ਉਹਨੂੰ, ਖਾਸ ਨਿਸ਼ਚਿਤਤਾ, ਉਹ ਵੀ ਟੁੱਟਦੀ ਹੈ। ਉਹਦਾ ਟੁੱਟਣ ਦਾ ਮਤਲਬ ਕਿ ਉਹ ਸਮਝਦਾ ਕਿ ਇਸ ਹਿੱਸੇ ਦੇ ਵਿੱਚ ਜਾਗਣਾ ਹੈ। ਪਰ ਜਦੋਂ ਉਹਦੀ ਸੁਰਤ ਦੇ ਚਾਅ ਪ੍ਰਗਟ ਹੋਣ ਲੱਗ ਪੈਂਦੇ ਨੇ, ਫਿਰ ਉਹਦੀ ਸਾਧਨਾ 12 ਵਜੇ ਤੋਂ ਵੀ ਆਰੰਭ ਹੋ ਜਾਂਦੀ ਹੈ, ਕਿਉਂਕਿ ਉਹ ਚਾਅ ਬਣ ਗਿਆ। ਪਹਿਲਾਂ ਕਰਮ ਸੀ, ਪਰ ਜਦੋਂ ਕਰਮ ਚਾਹ ਬਣ ਜਾਂਦਾ ਹੈ ਅਤੇ ਕਰਮ ਜੀਵਨ ਬਣ ਜਾਂਦਾ ਹੈ ਅਤੇ ਜੀਵਨ ਦੇ ਵਿੱਚ ਵੱਡਾ ਰਸ ਵਾਪਰਨ ਲੱਗ ਪੈਂਦਾ ਹੈ, ਫਿਰ ਉਹ ਜਿਹੜੇ ਇਹ ਨਿਸ਼ਚਿਤ ਨੇਮ ਬਣੇ ਹੋਏ ਹਨ ਇਹਨਾਂ ਨੂੰ ਵੀ ਤੋੜ ਦਿੰਦਾ ਹੈ। ਮੈਂ ਆਪਣੇ ਜੀਵਨ ਦੇ ਵਿੱਚ ਬੜੇ ਐਸੇ ਅਨੁਭਵ ਵੀ ਦੇਖੇ ਨੇ, ਜਿਵੇਂ ਅਸੀਂ ਇਸ ਗੱਲ ਦਾ ਅਨੁਭਵ ਕਿਸੇ ਹੋਰ ਤਰ੍ਹਾਂ ਹੰਡਾਉਂਦੇ ਹਾਂ। ਮੈਂ ਕਈ ਐਸੇ ਦੇਖੇ ਨੂੰ ਆਪਣੇ 12 ਵਜੇ ਤੋਂ ਆਪਣੀ ਸਾਧਨਾ ਆਰੰਭ ਕਰਦੇ ਸੀ, 7 ਵਜੇ ਤੱਕ ਇੱਕ ਚੌਂਕੜੇ 'ਤੇ ਬੈਠੇ ਰਹਿਣਾ, ਬਾਅਦ ਸਾਰਾ ਦਿਨ 10-12 ਘੰਟੇ ਉਹਨਾਂ ਨੇ ਜ਼ੋਰ ਪੂਰੀ ਆਪਣੀ ਜਿਹੜੀ ਬੜੀ ਸਖਤ ਮਿਹਨਤ ਵਾਲੀ ਕਿਰਤ ਵੀ ਕਰਨੀ। ਤਾਂ ਕਈ ਵਾਰੀ ਮੈਂ ਬਹੁਤ ਹੈਰਾਨ ਹੋਣਾ ਉਹਨਾਂ ਨੂੰ ਦੇਖ ਕੇ, ਕਿ ਕਹਿਣਾ ਕਿ ਭਾਈ ਇਹ ਕੀ ਗੱਲ ਹੈ ਕਿ ਤੁਸੀਂ ਤਾਂ ਨੀਂਦ ਵੀ ਨਹੀਂ ਪੂਰੀ ਕੀਤੀ, ਤਾਂ ਤੁਸੀਂ ਇਸ ਤਰ੍ਹਾਂ ਚੱਲ ਰਹੇ ਹੋ। ਤਾਂ ਉਹਨਾਂ ਨੇ ਕਹਿਣਾ ਕਿ ਜਦੋਂ ਗੁਰੂ ਸ਼ਬਦ ਦਾ ਬਲ ਤੁਹਾਡੇ ਅੰਦਰ ਵਾਪਰ ਰਿਹਾ ਹੁੰਦਾ ਨਾ, ਉਦੋਂ ਜਿਹੜੇ ਸਰੀਰ, ਇਸੇ ਕਰਕੇ ਜਿਹੜੀ ਗੁਰੂ ਸਾਹਿਬ ਜੀ ਨੇ ਕਿਹਾ ਨਾ, ਸਾਚੀ ਲਿਵੈ ਬਿਨ ਦੇਹ ਨਮਾਣੀ, ਤੂੰ ਭਾਵੇਂ ਕਿੰਨੇ ਐਨਰਜੀ ਦੇ ਸਰੋਤ ਲੈ ਲਾ, ਉਹ ਫਿਰ ਡਾਊਨ ਹੋ ਜਾਣੇ ਨੇ। ਪਰ ਜਦੋਂ ਗੁਰੂ ਸ਼ਬਦ ਦਾ ਜਿਹੜਾ ਊਰਜਾ ਵਾਲਾ ਤੇਰੇ ਅੰਦਰ ਬਲ ਪੈਦਾ ਹੋ ਗਿਆ, ਅਤੇ ਉਹਨੇ ਤਾਂ ਤੈਨੂੰ ਦੁਨਿਆਵੀ ਭਟਕਣ ਤੋਂ ਭੱਜ ਦੌੜ ਤਾਂ ਕੀ, ਉਹਨੇ ਨੇ ਕਾਲ ਦੀ ਮਾਰ ਦੇ ਨਾਲ ਜਿਹੜੇ ਸੰਕਟ ਆਉਣੇ ਨੇ ਉਹਨਾਂ ਤੋਂ ਵੀ ਥੱਕਣ ਨਹੀਂ ਦੇਣਾ। ਜਿਵੇਂ ਕਹਿੰਦੇ ਇੰਨੇ ਜ਼ਿਆਦਾ ਜ਼ਖਮ ਖਾ ਕੇ ਵੀ ਗੁਰੂ ਕਾ ਸਿੱਖ ਲੜਦਾ, ਉਹਦਾ ਮਤਲਬ ਕੀ ਹੈ ਕਿ ਉਹ ਆਪਣੀ ਦੇਹ ਦੇ ਪੱਧਰ ਨੂੰ ਬੜਾ ਉੱਚਾ ਚੁੱਕ ਕੇ ਅਤੇ ਉਹਦੇ ਉਤਲੇ ਜੀਵਨ 'ਚ ਜਿਉਂ ਰਿਹਾ ਹੈ। ਅਸੀਂ ਹੇਠਲੇ ਜੀਵਨ 'ਚ ਜਿਉਂਦੇ ਹਾਂ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਾਂ ਕੇ ਸੰਗ ਤੇ ਬੀਸ਼ੁਰਾ ਤਾਂ ਹੀ ਕੇ ਸੰਗ ਲਾਗ, ਜਿਹਦੇ ਸੰਗ ਨਾਲ ਵਿਛੜਨ ਕਰਕੇ ਤੇਰਾ ਜੀਵਨ, ਤੂੰ ਹੁਣ ਕਹਿਣਾ ਸ਼ੁਰੂ ਕਰ ਦਿੱਤਾ ਜੀ ਨਰਕ ਬਣ ਗਿਆ ਜਾਂ ਜੀਵਨ ਦੇ ਵਿੱਚ ਕੋਈ ਰਸ ਨਹੀਂ ਹੈ। ਇਹ ਕਾਹਦੇ ਕਰਕੇ ਹੈ ਕਿ ਬਾਕੀਆਂ ਸਾਰਿਆਂ ਦੇ ਨਾਲ ਤਾਂ ਜੁੜਿਆ ਹੋਇਆ ਹੈ, ਉਹਨਾਂ ਦੇ ਰਸ ਜਿਹੜੇ ਹਨ ਉਹ ਹੈ ਵੀ ਛੋਟੇ, ਥੋੜ੍ਹੇ ਸਮੇਂ ਦੇ ਨੇ। ਜਿਹਦੇ ਸੰਗ ਨਾਲ ਜੁੜ ਕੇ ਤੈਨੂੰ ਵੱਡੀ ਪ੍ਰਤੀਤ ਆਉਣੀ ਹੈ, ਭਗਤ ਕਬੀਰ ਸਾਹਿਬ ਜੀ ਕਹਿੰਦੇ ਤਾਂ ਹੀ ਕੇ ਸੰਗ ਲਾਗ, ਉਸ ਸੰਗ ਦੇ ਨਾਲ ਜੁੜ। ਕਿਉਂ? ਕਿਉਂਕਿ ਦੁਨਿਆਵੀ ਸੰਗ ਬਿਨਸਣ ਵਾਲੇ ਹਨ। ਇੱਕ ਪਰਮ ਸੰਗੀ ਤੇਰਾ ਆਪਣਾ ਸੰਗ, ਕਿਉਂਕਿ ਸਰੀਰ ਕਰਕੇ ਹਨ, ਪਰ ਅੰਮ੍ਰਿਤ ਵੇਲੇ ਦੀ ਸਾਧਨਾ ਆਤਮਿਕ ਸੰਗ ਬਣਾਉਂਦੀ ਹੈ। ਇਸ ਪ੍ਰਕਾਰ ਸਾਨੂੰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਮਨੁੱਖ ਮਾਇਆ ਦੀ ਗਫਲ ਤੋਂ ਜਾ ਕੇ ਕਾਲ ਦੇ ਅਧੀਨ ਜਿਹੜਾ ਤੇਰਾ ਜੀਵਨ ਵਿਚਰ ਰਿਹਾ ਹੈ, ਉਹਦੀ ਗੁਰੂ ਸ਼ਬਦ ਦੇ ਨਾਲ ਸੋਝੀ ਪੈਦਾ ਕਰ। ਫਿਰ ਉਸ ਸੋਝੀ ਦੇ ਵਿੱਚੋਂ ਆਪਣੇ ਕਰਮ ਨੂੰ ਆਰੰਭ ਕਰ, ਅਤੇ ਫਿਰ ਉਸ ਕਰਮ ਦੇ ਵਿੱਚੋਂ ਆਰੰਭ ਹੋਈ ਸਾਧਨਾ ਦਾ ਜਿਹੜਾ ਪ੍ਰਯੋਜਨ ਹੈ ਉਹ ਇਹ ਪ੍ਰਾਪਤ ਕਰਕੇ ਜਾਂ ਕੇ ਸੰਗ ਤੇ ਵਿਛੁਰਾ। ਬਾਕੀ ਸਾਰਾ ਕੁਝ ਯਾਦ, ਨਿਰੰਕਾਰ ਯਾਦ ਨਹੀਂ, ਜਿਹਦਾ ਸਾਰਾ ਕੁਝ ਮਾਣ ਰਹੇ ਹਾਂ, ਉਹਦੇ ਨਾਲ ਸੰਬੰਧ ਕਾਇਮ ਕਰਕੇ ਉਹਦੇ ਵਿੱਚ ਅਭੇਦਤਾ ਪ੍ਰਾਪਤ ਕਰ, ਤਾਂ ਤੇਰੇ ਜੀਵਨ ਦੀ ਜਿਹੜੀ ਸਫਲਤਾ ਹੈ ਉਹ ਯਕੀਨੀ ਜਿਹੜੀ ਹੈ ਨਿਸ਼ਚਿਤ ਹੋਏਗੀ। ਇਸ ਪ੍ਰਕਾਰ ਸਾਨੂੰ ਭਗਤ ਕਬੀਰ ਸਾਹਿਬ ਜੀ ਉਪਦੇਸ਼ ਬਖਸ਼ਿਸ਼ ਕਰਕੇ ਨਵਾਜ਼ਿਸ਼ ਕਰਦੇ ਹਨ। ਜਿੱਥੇ ਆਪ ਜੀ ਸਤਿਗੁਰੂ ਕੀ ਕਿਰਪਾ ਸਦਕਾ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦਾ ਅਲਾਹਾ ਪ੍ਰਾਪਤ ਕਰ ਰਹੇ ਹੋ, ਉੱਥੇ ਹੀ ਅੱਜ ਪਰਮ ਸੂਰਬੀਰ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਦਾ ਨਾਮ ਲਿਆ ਸਾਡੇ ਅੰਦਰ ਸਿੱਖੀ ਦੀ ਪ੍ਰਤੀਤ ਗੂੜ੍ਹੀ ਹੋ ਜਾਂਦੀ ਹੈ, ਜਿਨ੍ਹਾਂ ਦਾ ਨਾਮ ਲਿਆ ਪਤਾ ਲੱਗ ਜਾਂਦਾ ਹੈ ਕਿ ਜਿਹੜੇ ਕੇਸ ਹਨ ਉਹ ਗੁਰੂ ਕੀ ਕਿੱਡੀ ਵੱਡੀ ਬਖਸ਼ਿਸ਼ ਹਨ। ਜਿਨ੍ਹਾਂ ਦਾ ਨਾਮ ਲਿਆ ਸਾਡੇ ਸਿਦਕ ਨੂੰ ਅਥਾਹ ਬਲ ਮਿਲਦਾ ਹੈ। ਐਸੇ ਪਰਮ ਸੂਰਬੀਰ ਜਿਨ੍ਹਾਂ ਦਾ ਜਗਤ ਵਿੱਚ ਆਉਣਾ ਐਸਾ ਧਨ ਹੈ ਕਿ ਨਾਮ ਲੈਣ ਮਾਤਰ ਹੀ ਗੁਰੂ ਚਰਨਾਂ ਦੇ ਨਾਲ ਪ੍ਰੀਤ, ਨਾਮ ਲੈਣ ਮਾਤਰ ਦੇ ਨਾਲ ਹੀ ਸਿੱਖੀ ਸਿਦਕ ਦੀ ਪ੍ਰੇਰਣਾ ਸਾਡੇ ਅੰਦਰ ਪੈਦਾ ਹੋ ਜਾਂਦੀ ਹੈ। ਐਸੇ ਪਰਮ ਸੂਰਬੀਰ ਦਾ ਅਸੀਂ 300 ਸਾਲਾ ਜਨਮ ਦਿਹਾੜਾ ਬਣਾ ਕੇ ਉਹਨਾਂ ਦੀ ਜਿਹੜੀ ਪਰਮ ਸ਼ਖਸੀਅਤ ਹੈ, ਜਿਹੜੀ ਸਿੱਖੀ ਪ੍ਰੀਤ ਦੇ ਨਾਲ, ਗੁਰੂ ਸ਼ਬਦ ਦੀ ਕਮਾਈ ਦੇ ਨਾਲ, ਸਿਦਕ ਦੇ ਸਹਿਤ ਪਰਪੱਕਤਾ ਵਾਲੀ ਦ੍ਰਿੜ ਕੀਤੀ ਹੋਈ, ਉਸ ਨੂੰ ਵੀ ਸਜਦਾ ਕਰ ਰਹੇ ਹਾਂ। ਅਸੀਂ ਭਾਈ ਤਾਰੂ ਸਿੰਘ ਜੀ ਦਾ 24/80/1720 ਈਸਵੀ ਨੂੰ ਜਿਹੜਾ ਉਹਨਾਂ ਦਾ ਜਨਮ ਹੈ ਪਹੂਵਿੰਡ ਨਗਰ ਵਿਖੇ, ਜ਼ਿਲ੍ਹਾ ਤਰਨ ਤਾਰਨ ਵਿਖੇ ਹੋਇਆ। ਹੁਣ ਉਹਨਾਂ ਦੇ ਜੀਵਨ ਦੀ ਥੋੜ੍ਹਾ ਜਿਹਾ ਅਧਿਆਤਮਿਕ ਸਾਧਨਾ ਦੇ ਨੁਕਤੇ ਤੋਂ ਵਿਚਾਰ ਆਪ ਦੇ ਸਨਮੁਖ ਰੱਖਣ ਦਾ ਯਤਨ ਕਰਾਂ। ਜਿਹੜੀ ਜਿਸ ਸਮੇਂ ਕਾਲ ਦੇ ਵਿੱਚ ਭਾਈ ਤਾਰੂ ਸਿੰਘ ਜੀ ਦਾ ਜਨਮ ਹੋਇਆ, ਉਸ ਸਮੇਂ ਦੀ ਗੁਰਸਿੱਖੀ ਦੀ ਕੋਮਲਤਾ ਅਤੇ ਉਹਦੇ ਅਭਿਆਸ ਦਾ ਜ਼ਿਕਰ ਦੇਖਣਾ। ਜਦੋਂ ਉਹਨਾਂ ਦੇ ਗ੍ਰਹਿ ਵਿਖੇ ਭਾਈ ਤਾਰੂ ਸਿੰਘ ਜੀ ਦਾ ਜਨਮ ਹੋਇਆ, ਭਾਈ ਤਾਰੂ ਸਿੰਘ ਜੀ ਦੀ ਮਾਤਾ ਨੇ ਉਹਨਾਂ ਨੂੰ ਸਿੱਖੀ ਦੀ ਛੋਹ ਗੁਰੂ ਘਰ ਦੇ ਵਿੱਚੋਂ ਦਵਾਈ,
ਤੇ ਉਹਨੇ ਕਿਵੇਂ ਦਿੱਤੀ। ਉਹਨਾਂ ਜਦ ਉਹਦੇ ਕੇਸ ਵਾਏ ਤਾਂ ਉਹਦੇ ਵਿੱਚ ਕੇਸ ਵਾਉਣ ਦੇ ਨਾਲ ਇਕੱਲਾ ਉਹਦਾ ਮੂੰਹ ਮੱਥਾ ਨਹੀਂ ਸਵਾਰਿਆ, ਉਹਦੇ ਕੇਸ ਵਾਉਣ ਦੇ ਵਿੱਚ ਉਹਦੀ ਮਾਤਾ ਨੇ ਆਪਣੀ ਬੰਦਗੀ ਦੇ ਵਿੱਚੋਂ ਇੱਕ ਜਿਹੜੀ ਛੋਹ ਉਹਨਾਂ ਦੇ ਸਿਰ ਨੂੰ ਦਿੱਤੀ ਕਿ ਪੁੱਤਰ ਜਿਹੜੇ ਆ ਕੇਸ ਹੁੰਦੇ ਨੇ, ਇਹ ਦੁਨੀਆ ਭਾਵੇਂ ਇਹਨਾਂ ਨੂੰ ਫੈਸ਼ਨ ਦੇ ਨੁਕਤਿਆਂ ਤੋਂ ਜਾਂ ਆਪਣੀ ਸੁੰਦਰਤਾ ਦੇ ਨੁਕਤਿਆਂ ਤੋਂ ਜਿਵੇਂ ਮਰਜ਼ੀ ਕਰਦੀ ਰਵੇ, ਪਰ ਤੂੰ ਗੁਰੂ ਸਿੱਖੀ ਦਾ ਜਿਹੜਾ ਜਾਬਤਾ ਧਾਰਨ ਕੀਤਾ ਹੈ, ਇਸ ਕਰਕੇ ਇਹ ਛੋਟੀ ਚੀਜ਼ ਨਹੀਂ ਹਨ। ਇਹਨਾਂ ਨੂੰ ਗੁਰੂ ਕੀ ਛੋਹ ਲੱਗ ਗਈ ਹੈ ਅਤੇ ਤੇਰੇ ਜੀਵਨ ਦੀ ਸਮੁੱਚੀ ਸਾਧਨਾ ਇਹਨਾਂ ਨੂੰ ਸਾਬਤ ਰੂਪ ਦੇ ਵਿੱਚ ਸੰਭਾਲਣਾ ਹੈ। ਅਤੇ ਇਹੀ ਤੇਰਾ ਜਿਹੜਾ ਦਰਗਾਹ ਦੇ ਵਿੱਚ ਤੂੰ ਗੁਰਸਿੱਖੀ ਦੀ ਜੀਵਨ ਸਾਧਨਾ ਕਮਾ ਕੇ ਜਾਣਾ ਹੈ ਅਤੇ ਇਹ ਤੇਰੀ ਨਿਸ਼ਾਨੀ ਦਰਗਾਹ ਦੇ ਵਿੱਚ ਪ੍ਰਵਾਨ ਹੋਣ ਦੀ ਬਣੇਗੀ। ਇਸ ਕਰਕੇ ਤੂੰ ਜੀਵਨ ਬਾਰੇ ਖਿਆਲ ਰੱਖਣਾ ਹੈ ਕਿ ਇਸੇ ਗੁਰੂ ਕੀ ਨਿਸ਼ਾਨੀ, ਜਿਹਨੂੰ ਗੁਰੂ ਕੀ ਛੋਹ ਲੱਗ ਗਈ ਹੈ, ਅਤੇ ਇਹਨੂੰ ਗੁਰੂ ਦਾਤ ਜਾਣ ਕੇ ਆਪਣੇ ਸਿਰ 'ਤੇ ਸੰਭਾਲਣਾ ਹੈ। ਜਿਵੇਂ ਇੱਕ ਮੰਦਰ ਦੀ ਸ਼ੋਭਾ ਗੁੰਬਦ ਦੇ ਨਾਲ ਹੁੰਦੀ ਹੈ, ਅਤੇ ਇਸੇ ਪ੍ਰਕਾਰ ਤੇਰਾ ਜਿਹੜਾ ਜੀਵਨ ਹਰਮੰਦਰ ਵਰਗਾ ਹੈ, ਕਿਉਂਕਿ ਗੁਰੂ ਨਾਲ ਜੁੜ ਗਿਆ ਹੈ। ਇਸ ਕਰਕੇ ਤੇਰਾ ਸਿਰ ਵੀ ਗੁੰਬਦ ਵਰਗਾ, ਅਤੇ ਇਹਦੇ ਵਿੱਚ ਜਿਹੜੇ ਤੇਰੇ ਕੇਸ ਹਨ ਇਹ ਸਿਮਰਨ ਦੀਆਂ ਤਾਰਾਂ ਹਨ, ਇਹ ਆਮ ਨਹੀਂ ਹਨ। ਇਸ ਕਰਕੇ ਤੂੰ ਇਹਦੀ ਸੰਭਾਲ ਕਰਨੀ ਹੈ। ਮਾਤਾ ਨੇ ਇਹ ਖਿਆਲ ਦਿੱਤਾ ਭਾਈ ਤਾਰੂ ਸਿੰਘ ਜੀ ਨੂੰ। ਹੁਣ ਰੋਜ਼ ਉਹ ਪ੍ਰਤੀਤ ਦਿੰਦੀ ਹੈ ਆਪਣੇ ਬੱਚੇ ਨੂੰ, ਭਾਈ ਤਾਰੂ ਸਿੰਘ ਜੀ ਦੀ ਮਾਤਾ ਰੋਜ਼ ਪ੍ਰਤੀਤ ਗ੍ਰਹਿਣ ਹੁੰਦੀ ਗਈ, ਸ਼ਬਦ ਦਾ ਅਭਿਆਸ ਪੈਦਾ ਹੁੰਦਾ ਗਿਆ ਅਤੇ ਗੁਰੂ ਚਰਨਾਂ ਦੇ ਨਾਲ ਆਪਣੀ ਪ੍ਰੀਤ ਕਮਾਉਂਦੇ ਗਏ। ਮਾਤਾ ਨੇ ਕੀ ਸਬਕ ਦਿੱਤਾ ਕਿ ਜਦੋਂ ਦਰਗਾਹ ਦੇ ਵਿੱਚ ਪ੍ਰਵਾਨ ਚੜ੍ਹਨਾ ਹੈ, ਉਦੋਂ ਤੇਰੇ ਕੇਸਾਂ ਦੀ ਦਾਤ ਜੇ ਸਾਬਤ ਹੋਏਗੀ ਤਾਂ ਤੇਰੀ ਦਰਗਾਹ ਦੇ ਵਿੱਚ ਪੱਤ ਪਏਗੀ ਗੁਰੂ ਚਰਨਾਂ ਦੇ ਵਿੱਚ, ਨਹੀਂ ਤਾਂ ਤੇਰੀ ਪੱਤ ਨਹੀਂ ਸਾਬਤ ਰਹੇਗੀ। ਹੁਣ ਰੋਜ਼ਾਨਾ ਇਹ ਖਿਆਲ ਆਪਣੀ ਮਾਤਾ ਕੋਲੋਂ ਭਾਈ ਤਾਰੂ ਸਿੰਘ ਜੀ ਨੇ ਸ਼ਰਵਣ ਕੀਤਾ ਹੈ। ਅਤੇ ਇਹੀ ਹੈ ਕਿ ਇੱਕ ਦਿਨ ਮੈਂ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਪੜ੍ਹ ਰਿਹਾ, ਉਹਨਾਂ ਨੇ ਬੜੀ ਕਮਾਲ ਦੀ ਗੱਲ ਕਹੀ। ਕਹਿੰਦੇ ਜਿਹੜੀ ਸਿੱਖ ਮਾਤਾ ਦੀ ਸਹਿਜ ਸੁਭਾਵਕ ਲੋਰੀ ਹੈ ਨਾ, ਉਹ ਗੁਰਸਿੱਖ ਬੱਚੇ ਦਾ ਰੂਹਾਨੀ ਜੀਵਨ ਕਾਇਮ ਕਰ ਦਿੰਦੀ ਹੈ। ਇੱਕ ਤਾਂ ਇਹ ਨਾ ਕਿ ਅਸੀਂ ਬਾਣੀ ਨਾਲ ਜੁੜੀਏ, ਬੜਾ ਬਾਣੀ ਦਾ ਅਭਿਆਸ ਕਰੀਏ, ਗਿਆਨ ਵਾਚੀਏ, ਫਿਰ ਸਾਡਾ ਰੂਹਾਨੀ ਜੀਵਨ ਕਾਇਮ ਹੋਵੇ। ਉਹਨਾਂ ਨੇ ਕਿਹਾ ਕਿ ਜਿਹੜੀ ਗੁਰਸਿੱਖ ਮਾਂ ਦੀ ਲੋਰੀ ਹੈ, ਉਹ ਬੱਚੇ ਦਾ ਸਹਿਜ ਸੁਭਾਅ ਰੂਹਾਨੀ ਜੀਵਨ ਕਾਇਮ ਕਰ ਦਿੰਦੀ ਹੈ। ਹੁਣ ਇਹ ਰੋਜ਼ਾਨਾ ਸ਼ਬਦ ਦਾ ਅਭਿਆਸ ਕਰਦੇ ਗਏ, ਇਸ ਪ੍ਰਤੀਤ ਨੂੰ ਆਪਣੇ ਮਨ 'ਚ ਪਕਾਉਂਦੇ ਗਏ। ਹੁਣ ਇਸ ਪ੍ਰਤੀਤ ਜਦੋਂ ਬੜੀ ਸ਼ੁੱਧਤਾ ਤੱਕ ਪਹੁੰਚ ਗਈ, ਗੁਰੂ ਚਰਨਾਂ ਦੇ ਵਿੱਚ ਇਸ ਪ੍ਰੀਤ ਨੇ ਦਸਤਕ ਦਿੱਤੀ ਕਿ ਕੋਈ ਭਾਈ ਤਾਰੂ ਸਿੰਘ ਨਾਮ ਦਾ ਗੁਰਸਿੱਖ ਗੁਰੂ ਕੀ ਮੋਹਰ ਦੇ ਨਾਲ ਆਪਣੇ ਜੀਵਨ ਦੀ ਕਰਨੀ ਦੀ ਪ੍ਰੀਤ ਨੂੰ ਇੰਨਾ ਪਕਾ ਚੁੱਕਾ ਹੈ। ਹੁਣ ਉਹਦੀ ਪ੍ਰੀਤ ਗੁਰੂ ਦੀ ਨਿਸ਼ਾਨੀ ਦੇ ਨਾਲ 100% ਵਾਲੀ ਹੋ ਗਈ ਹੈ। ਇਹਦਾ ਕਿਵੇਂ ਪਤਾ ਲੱਗੇ? ਆਪ ਤੇ ਉਹਨੇ ਅਨੁਭਵ ਮਾਣ ਲਿਆ ਹੈ। ਫਿਰ ਗੁਰੂ ਦੇ ਦਰ 'ਤੇ ਜਦੋਂ ਉਸ ਦੀ ਇਸ ਪ੍ਰੀਤ ਨੇ ਦਸਤਕ ਦਿੱਤੀ, ਅਤੇ ਗੁਰੂ ਨੇ ਉਹਨੂੰ ਕਿਸੇ ਪ੍ਰੀਖਿਆ ਦੇ ਮੁਕਾਮ ਵਿੱਚ ਪਾ ਕੇ ਕਿ ਤੇਰੀ ਇਸ ਕਮਾਈ ਦਾ ਸੰਸਾਰ ਦੇ ਵਿੱਚ ਸਤਿਕਾਰ ਬਣਨਾ ਚਾਹੀਦਾ, ਕਿਉਂਕਿ ਤੂੰ ਗੁਰੂ ਨੂੰ ਆਦਰਸ਼ ਰੱਖ ਕੇ ਕਮਾਈ ਹੈ। ਫਿਰ ਗੁਰੂ ਨੇ ਇੱਕ ਪ੍ਰੀਖਿਆ ਦਾ ਆਯਾਮ ਪਾਇਆ। ਉਸ ਆਯਾਮ ਦੇ ਵਿੱਚ ਜਦੋਂ ਉਹਨਾਂ ਨੇ ਕਿਹਾ ਕਿ ਤੁਹਾਡੇ ਕੇਸ ਕਤਲ ਕਰ ਦਿੱਤੇ ਜਾਣਗੇ, ਇੱਥੇ ਅਸੀਂ ਕੇਸਾਂ ਨੂੰ ਕਤਲ ਸ਼ਬਦ ਕਹਿੰਦੇ ਹਾਂ। ਉਹਦਾ ਮਤਲਬ ਕੀ ਹੈ ਕਿ ਕੇਸ ਸਿੱਖ ਦੇ ਰੂਹਾਨੀ ਜੀਵਨ ਨਾਲ ਜੁੜੇ ਹੋਏ ਹਨ, ਇਹ ਕੋਈ ਦੇਹ ਦਾ ਸ਼ਿੰਗਾਰ ਨਹੀਂ ਹਨ। ਤਾਂ ਇਸੇ ਪ੍ਰਕਾਰ ਜਦੋਂ ਉਹਨਾਂ 'ਤੇ ਇਹ ਪ੍ਰੀਖਿਆ ਆਈ ਤਾਂ ਫਿਰ ਉਹਨਾਂ ਨੇ ਜਾਣਿਆ ਮਾਤਾ ਦੀ ਜਿਹੜੀ ਰੂਹਾਨੀ ਜੀਵਨ ਕਿਵੇਂ ਘੜਿਆ। ਉਹਨਾਂ ਦੀ ਮਾਤਾ ਨੇ ਕਿਹਾ ਕਿ ਜੇ ਤੇਰੇ ਕੋਲ ਕੇਸਾਂ ਦੀ ਦਾਤ ਸਾਬਤ ਰਹੀ ਤਾਂ ਹੀ ਦਰਗਾਹ ਦੇ ਵਿੱਚ ਜਾ ਕੇ ਤੂੰ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਬੈਠ ਕੇ ਅਤੇ ਗੁਰੂ ਚਰਨਾਂ ਦੀ ਵਿੱਚ ਆਪਣੀ ਪੱਤ ਮਾਣ ਸਕੇਂਗਾ। ਜੇ ਇਹ ਨਾ ਰਹੀ ਤਾਂ ਤੇਰਾ ਦਰਗਾਹ ਵਿੱਚ ਸਫਲ ਨਹੀਂ ਹੋਣਾ, ਕਿਉਂਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਜਿਹੜਾ ਉਹ ਪ੍ਰਤੱਖ ਦਰਸ਼ਨ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਹੀਂ ਸੀ ਦੇਖਿਆ। ਪਰ ਮਾਤਾ ਨੇ ਪ੍ਰੀਤ ਦ੍ਰਿੜ ਕਰਵਾ ਦਿੱਤੀ ਕਿ ਜਿਹੜੇ ਸਗਲ ਬ੍ਰਹਿਮੰਡ ਵਿੱਚ ਵਾਸ ਕਰਦੇ ਨੇ ਗੁਰੂ, ਉਹਨਾਂ ਦਾ ਜਿਹੜਾ ਵੱਡਾ ਦਰਬਾਰ ਹੈ, ਉੱਥੇ ਤੈਨੂੰ ਇਉਂ ਜਾਣਾ ਪਏਗਾ। ਉਸੇ ਪ੍ਰਕਾਰ ਫਿਰ ਉਹਨਾਂ ਕਿਹਾ ਕੇਸ ਕਤਲ ਕਰਾ ਦਿੱਤੇ ਜਾਣ। ਤਾਂ ਉਹ ਭਾਈ ਤਾਰੂ ਸਿੰਘ ਜੀ ਨੇ ਉਸ ਸਮੇਂ ਕਿਹਾ ਕਿ ਨਹੀਂ, ਇਹ ਮੇਰਾ ਰੂਹਾਨੀ ਜੀਵਨ ਹੈ। ਇਸ ਜੀਵਨ ਦੇ ਲਈ, ਇਸ ਪ੍ਰੀਤ ਨੂੰ ਸਾਬਤ ਨਿਭਾਉਣ ਦੇ ਲਈ ਜੇ ਸਰੀਰ ਵਾਲੇ ਜੀਵਨ ਨੂੰ ਛੱਡਣਾ, ਤਿਆਗਣਾ ਜਾਂ ਖਤਮ ਕਰਨਾ ਪਵੇ ਤਾਂ ਮੈਨੂੰ ਪ੍ਰਵਾਨ ਹੈ। ਇਸ ਕਰਕੇ ਉਹਨਾਂ ਕਿਹਾ ਕੇਸਾਂ ਨੂੰ ਨਹੀਂ, ਕੇਸਾਂ ਦੇ ਕਰਕੇ ਹਾਂ ਇਹ ਹੈ ਮੈਂ ਆਪਣੀ ਇਹਨੂੰ ਸਾਬਤ ਰੱਖਣਾ ਚਾਹੁੰਦਾ, ਤੁਸੀਂ ਆਪਣੇ ਜ਼ੁਲਮ ਤਬੀਅਤ ਪੂਰੀ ਕਰਨੀ ਚਾਹੁੰਦੇ ਹੋ, ਖੋਪੜ ਜੁਦਾ ਕਰ ਸਕਦੇ ਹੋ। ਖੋਪੜ ਜੁਦਾ ਕਰ ਦਿੱਤਾ। ਅਸੀਂ ਮੰਨਦੇ ਹਾਂ ਕਿ ਖੋਪੜ ਜੁਦਾ ਹੋ ਜਾਏ ਤਾਂ ਬੰਦਾ ਤਤਛਿਨ ਮਰ ਜਾਏਗਾ, ਪਰ ਜ਼ਿਕਰ ਮਿਲਦਾ ਹੈ ਕਿ 22 ਦਿਨ ਖੋਪੜ ਲੈਣ ਤੋਂ ਬਾਅਦ ਬੜੀ ਚੜ੍ਹਦੀ ਕਲਾ ਦੇ ਭਾਵ ਵਿੱਚ ਭਾਈ ਤਾਰੂ ਸਿੰਘ ਜੀ ਰਹੇ, ਅਤੇ ਫਿਰ ਉਹਨਾਂ ਨੇ ਆਪਣੇ ਜੀਵਨ 'ਚ ਪ੍ਰਮਾਣ ਕੀਤਾ। ਅਸੀਂ ਅਰਦਾਸ 'ਚ ਵਾਕ ਪੜ੍ਹਦੇ ਹਾਂ, ਇਹ ਵੀ ਇੱਕ ਗੱਲ ਮੈਂ ਆਪਦੇ ਸਨਮੁਖ ਅਰਜ਼ ਕਰਦਾ, ਜਦੋਂ ਅਰਦਾਸ 'ਚ ਵਾਹਿਗੁਰੂ ਸ਼ਬਦ ਦੀ ਸੰਗਤ ਵੱਲੋਂ ਆਵਾਜ਼ ਘੱਟ ਆਉਂਦੀ ਹੈ ਨਾ, ਤਾਂ ਉਹਦਾ ਮੈਂ ਇੱਕ ਨੁਕਤਾ ਹੀ ਮੇਰੇ ਮਨ 'ਚ ਆਉਂਦਾ ਹੁੰਦਾ ਹੈ ਕਿ ਇਹਨਾਂ ਨੂੰ ਅਰਦਾਸ 'ਚ ਖਲੋਣ ਦਾ ਹੀ ਗਿਆਨ ਨਹੀਂ ਹੈ।
ਕਿਉਂਕਿ ਜੇ ਇਹਨਾਂ ਨੂੰ ਗਿਆਨ ਹੋਵੇ ਤੇ ਜਦੋਂ ਇਹ ਵਾਕ ਹੈ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਉੱਥੇ ਤੁਹਾਡਾ ਵਾਹਿਗੁਰੂ ਕਹਿਣਾ ਜਪ ਨਹੀਂ ਹੈ। ਉੱਥੇ ਵਾਹਿਗੁਰੂ ਕਹਿਣ ਦਾ ਨੁਕਤਾ ਹੈ ਕਿ ਜਿਹੜੇ ਸ਼ਹੀਦਾਂ ਦੀ ਸਿਮਰਤੀ ਵਿੱਚ ਜੁੜ ਕੇ ਅਸੀਂ ਗੁਰੂ ਪ੍ਰੀਤ ਨੂੰ ਮਾਣ ਰਹੇ ਹਾਂ ਤੇ ਇੱਕ ਪ੍ਰੇਮ ਭਾਵਨਾ ਦੇ ਨਾਲ ਵਾਹਿਗੁਰੂ ਕਹਿ ਕੇ ਉਹਨਾਂ ਨੂੰ ਸ਼ਬਦ ਦੁਆਰਾ ਸਜਦਾ ਕਰਨਾ ਹੈ। ਤਾਂ ਇਸੇ ਪ੍ਰਕਾਰ ਗੁਰਸਿੱਖੀ ਪ੍ਰੀਤ ਨੂੰ ਐਡੀ ਵੱਡੇ ਪੱਧਰ 'ਤੇ ਕਮਾ ਕੇ ਸਿੱਖੀ ਸਿਦਕ ਦਾ ਗੁਰੂ ਕੇਸਾਂ ਪ੍ਰੀਤ ਦੇ ਨਾਲ ਚਿੰਨ੍ਹ ਬਣ ਚੁੱਕੇ ਭਾਈ ਤਾਰੂ ਸਿੰਘ ਜੀ, ਉਹਨਾਂ ਦੇ ਆਗਮਨ ਨੂੰ ਅਸੀਂ ਸਜਦਾ ਕਰ ਅੱਜ ਦੇਖੋ 300 ਸਾਲ ਹੋ ਗਿਆ ਹੈ। ਕਿੰਨਾ 300 ਸਾਲ ਹੋ ਗਿਆ ਭਾਈ ਤਾਰੂ ਸਿੰਘ ਦੀ ਸ਼ਹੀਦੀ। ਸਾਡੇ ਗੁਰਸਿੱਖ ਸਾਡੇ ਸਿੱਖ ਸਮਾਜ ਨੂੰ ਕੇਸਾਂ ਦੇ ਨਾਲ ਪ੍ਰੀਤ ਤੇ ਇਸੇ ਪ੍ਰਕਾਰ ਸਿੱਖੀ ਸਿਦਕ ਦੀ ਜਿਹੜੀ ਇੱਕ ਮਹਾਨ ਗਾਥਾ ਦਾ ਜਿਹੜਾ ਸੂਤਰ ਹੈ ਹਰ ਵੇਲੇ ਸਾਡੇ ਹਿਰਦਿਆਂ ਦੇ ਅੰਦਰ ਤਾਜ਼ਾ ਕਰਦੀ ਦਿੰਦੀ ਹੈ। ਪ੍ਰੋਫੈਸਰ ਪੂਰਨ ਸਿੰਘ ਜੀ ਨੇ ਨਾ ਭਾਈ ਤਾਰੂ ਸਿੰਘ ਜੀ ਦੀ ਕਵਿਤਾ ਲਿਖੀ ਹੈ, ਉਹਦੇ ਵਿੱਚ ਉਹਨਾਂ ਬੜੀ ਕਮਾਲ ਦੀ ਗੱਲ ਕਹੀ ਹੈ। ਕਹਿਣ ਲੱਗੇ ਕਿ ਜਿਹੜਾ ਗੁਰਸਿੱਖੀ ਦੇ ਸਿਦਕਦਾਰ ਮੰਦਰ ਹੈ ਉਹ ਭਾਈ ਤਾਰੂ ਸਿੰਘ ਹਨ। ਕਹਿੰਦੇ ਉਹ ਧਰਤੀ 'ਤੇ ਹੈ ਤੇ ਪਰ ਉਹਦਾ ਜਿਹੜਾ ਸਥਾਨ ਹੈ ਆਕਾਸ਼ ਵਿੱਚ ਕਾਇਮ ਹੋ ਗਿਆ। ਆਕਾਸ਼ ਵਿੱਚ ਕਾਇਮ ਹੋਣ ਦਾ ਮਤਲਬ ਕੀ ਹੈ ਕਿ ਜੇ ਉਹਨਾਂ ਦਾ ਸਰੀਰਕ ਜਾਂ ਹੋਰ ਸਾਰਾ ਕੁਝ ਲੱਭਾਂਗੇ, ਘਰ ਲੱਭਾਂਗੇ, ਹੋ ਸਕਦਾ ਉਹ ਇਸ ਧਰਤੀ 'ਤੇ ਨਾ ਹੋਵੇ, ਪਰ ਜਿਹੜਾ ਉਹਨਾਂ ਨੇ ਗੁਰਸਿੱਖੀ ਦਾ ਆਦਰਸ਼ ਕਮਾ ਕੇ ਗੁਰੂ ਚਰਨਾਂ ਗੁਰੂ ਪ੍ਰੀਖਿਆ ਦੇ ਵਿੱਚੋਂ ਪ੍ਰਾਪਤ ਹੋ ਕੇ ਆਪਣੀ ਪ੍ਰੀਤ ਦਾ ਮੁਕਾਮ ਪਾ ਲਿਆ ਹੈ, ਉਹ ਵੀ ਸਾਬਤਤਾ ਸਹਿਤ ਕਹਿੰਦੇ ਉਹ ਦੇਖੋ ਸਾਰੀ ਸੰਸਾਰ ਨੂੰ ਰੁਸ਼ਨਾ ਰਿਹਾ ਹੈ। ਇਸ ਪ੍ਰਕਾਰ ਜੇ ਅਸੀਂ ਭਾਈ ਤਾਰੂ ਸਿੰਘ ਜੀ ਦੇ ਜਿਨ੍ਹਾਂ ਦੇ ਆਗਮਨ ਨੂੰ ਸਜਦਾ ਕਰਕੇ ਮੰਨ ਰਹੇ, ਸਾਨੂੰ ਯਤਨ ਕਰਨਾ ਚਾਹੀਦਾ ਹੈ। ਕਿਉਂਕਿ ਅਸੀਂ ਜਿਹੜੀ ਮਾਇਆ ਦੀ ਵਿੱਖ ਦੀ ਗੱਲ ਕਰਦੇ ਹਾਂ, ਉਹਦਾ ਵਿੱਖ ਦਾ ਇਕੱਲਾ ਵਿਕਾਰਾਂ ਕਰਕੇ ਨਹੀਂ ਪ੍ਰਭਾਵ ਹੁੰਦਾ, ਉਹਦੀ ਦੁਨੀਆਦਾਰੀ ਦੇ ਦਖਲ ਨਾਲ। ਅੱਜ ਸਿੱਖਾਂ ਕੋਲੋਂ ਸੁੰਦਰਤਾ ਦਾ ਪੈਮਾਨਾ ਕੀ ਹੈ? ਪੱਛਮ ਵਾਲਾ। ਕਿਸੇ ਗੁਰਸਿੱਖ ਬੱਚੇ ਨੇ ਸੋਹਣਾ ਬਣਨਾ ਹੈ, ਅੱਜ ਕਿਸੇ ਗੁਰਸਿੱਖ ਇਸਤਰੀ ਨੇ ਸੋਹਣਾ ਬਣਨਾ ਹੈ, ਸਿੱਖ ਸਮਾਜ ਦੀ ਨੇ, ਉਹਦੇ ਕੋਲੋਂ ਪੈਮਾਨਾ ਕੀ ਹੈ ਸੁੰਦਰ ਹੋਣ ਦਾ? ਪੱਛਮ ਵਾਲਾ, ਜਿਹਦੇ ਵਿੱਚ ਉਹ ਕੇਸਾਂ ਦੀ ਵੀ ਕੋਈ ਸਤਿਕਾਰ ਨਹੀਂ ਹੈ, ਹੋਰ ਵੀ ਜਿਹੜੇ ਜੀਵਨ ਦੇ ਸਾਰੇ ਆਪ ਦੀ ਜ਼ਿਆਦਾ ਬਿਹਤਰ ਜਾਣਦੇ ਹੋ, ਉਹਨਾਂ ਸਾਰਿਆਂ ਨੂੰ ਰੱਦ ਕਰਕੇ ਤੇ ਜਿਹੜੀ ਸਾਬਤ ਸੂਰਤ ਆ ਇੱਕ ਡਿਵਾਈਨ ਰੂਪ ਵਾਲੀ ਸਾਡੇ 'ਤੇ ਉਤਰੀ ਆ, ਉਹਨੂੰ ਕੱਟ ਵੱਢ ਕੇ ਕਹਿਣਾ ਕਿ ਮੈਂ ਉਹ ਦੁਨਿਆਵੀ ਸੁੰਦਰਤਾ ਤੋਂ ਤਾਂ ਪੂਰੇ ਹੋ ਸਕਦੇ ਹੋ ਪਰ ਗੁਰੂ ਦੇ ਰੂਪ ਦੇ ਵਿੱਚ ਨਹੀਂ। ਤਾਂ ਇਸੇ ਪ੍ਰਕਾਰ ਜਦੋਂ ਅਸੀਂ ਸਾਬਤ ਸੂਰਤ ਸ਼ਬਦ ਵਰਤਦੇ ਹਾਂ, ਉਹਦਾ ਮਤਲਬ ਹੈ ਕਿ ਅਸੀਂ ਮਨੁੱਖ ਨਹੀਂ ਹਾਂ, ਸਾਡੇ ਅੰਦਰ ਜੋਤ ਰੱਖੀ ਹੈ ਤੇ ਉਸ ਜੋਤ ਦਾ ਪ੍ਰਕਾਸ਼ ਸੰਸਾਰ ਦੇ ਵਿੱਚ ਤਾਂ ਠੀਕ ਢੰਗ ਨਾਲ ਵਰਤੇਗਾ ਜੇ ਉਸ ਜੋਤ ਦੇ ਨਾਲ ਜਿਹੜੀ ਸੂਰਤ ਮਿਲੀ ਹੈ, ਜਿਹੜੀ ਸਾਬਤਪੁਣਾ ਮਿਲਿਆ ਹੈ, ਉਹਨੂੰ ਉਵੇਂ ਹੀ ਰੱਖੀਏ। ਇਸੇ ਪ੍ਰਕਾਰ ਤਾਂ ਕਰਕੇ ਜਦੋਂ ਉਂਝ ਦੁਨੀਆ ਬੜੇ ਕੇਸ ਰੱਖਦੀ ਹੈ, ਕਟਾਉਂਦੇ ਵੀ ਨੇ, ਬੜਾ ਕੁਝ ਕਰਦੇ ਨੇ, ਪਰ ਜਦੋਂ ਸਾਡੇ ਕੇਸਾਂ ਨੂੰ ਛੋਹ ਲੱਗ ਗਈ ਤਾਂ ਸਾਨੂੰ ਗੁਰਸਿੱਖੀ ਜੀਵਨ ਦੀ ਸਾਧਨਾ ਇਹ ਵੀ ਕਾਮ ਆਈ ਕਿ ਜੇ ਅਸੀਂ ਇਹਨੂੰ ਸਾਬਤ ਸੰਭਾਲਿਆ ਤਾਂ ਅਸੀਂ ਗੁਰੂ ਨਦਰ ਦੇ ਵਿੱਚ ਪ੍ਰਵਾਨ ਹਾਂ। ਇਸ ਕਰਕੇ ਸਾਨੂੰ ਜਿਹੜੇ ਸੁੰਦਰਤਾ ਦੇ ਮਾਪਦੰਡ ਪੱਛਮ ਨੇ ਬਣਾਏ ਹੋਏ ਹਨ, ਅੰਗਰੇਜ਼ਾਂ ਨੇ ਸਾਨੂੰ 1947 'ਚ ਛੱਡ ਦਿੱਤਾ ਸੀ, ਪਰ ਅੱਜ ਉਹ ਮੀਡੀਆ ਦੁਆਰਾ ਜਾਂ ਹੋਰ ਜਿਹੜਾ ਸਾਡਾ ਪ੍ਰਵਾਸ ਦਾ ਨੁਕਤਾ ਹੈ, ਸਾਡੇ ਕੋਲ ਸੁੰਦਰਤਾ ਦੇ ਮਾਪਦੰਡ ਜਿਹੜੇ ਹਨ ਉਹ ਪੱਛਮ ਵਾਲੇ ਹਨ ਤੇ ਸਾਡੇ ਕੋਲ ਗੁਰੂ ਦੀ ਕਮਾਈ ਹੁੰਦੀ ਸੁੰਦਰਤਾ ਕੀ ਹੈ ਜਾਂ ਗੁਰੂ ਨੇ ਸਾਨੂੰ ਸੁੰਦਰਤਾ ਦੇ ਕਿਹੜੇ ਰੂਪ ਬਖਸ਼ੇ ਨੇ, ਇਹ ਸਾਡੇ ਕੋਲ ਨਹੀਂ ਹਨ। ਇਸ ਕਰਕੇ ਭਾਈ ਤਾਰੂ ਸਿੰਘ ਜੀ ਦੇ ਜਨਮ ਦਿਨ ਨੂੰ ਮਨਾਉਣ ਦਾ ਦਰਸ਼ ਹੈ ਕਿ ਗੁਰੂ ਸਰੂਪ ਦੇ ਵਿੱਚ ਸੱਜਣਾ ਜਿਹੜਾ ਹੈ ਉਹਦਾ ਮਾਪਦੰਡ ਅਸੀਂ ਪੂਰਾ ਕਰ ਰਹੇ ਹਾਂ। ਉਹਦੇ ਪਹਿਲਾਂ ਮਾਪਦੰਡ ਪੂਰਾ ਕਰ ਰਹੇ ਹਾਂ ਕਿ ਨਹੀਂ, ਫਿਰ ਉਹਦੇ ਰੂਪ ਵਿੱਚ ਉਤਰੇ ਹੋਏ ਹਾਂ ਕਿ ਨਹੀਂ, ਫਿਰ ਉਸ ਰੂਪ ਵਿੱਚ ਉਤਰ ਕੇ ਸਾਡੀ ਉਸ ਰੂਪ ਦੇ ਨਾਲ ਪ੍ਰਤੀਤ ਹੈ ਵੀ ਕਿ ਨਹੀਂ। ਇਹ ਸਾਰੇ ਜਦੋਂ ਪੱਖ ਜਾਵਾਚ ਕੇ ਅਸੀਂ ਇਹਨਾਂ ਦਿਹਾੜੇ ਪੁਰਬਾਂ ਨੂੰ ਮਨਾਵਾਂਗੇ ਤਾਂ ਸਾਡਾ ਜਿਹੜਾ ਉੱਚਾ ਰੂਹਾਨੀ ਜੀਵਨ ਕਾਇਮ ਹੋਏਗਾ ਤੇ ਅਸੀਂ ਗੁਰੂ ਪ੍ਰੀਤ ਦੇ ਜਿਹੜੇ ਹਾਂ ਪਾਤਰ ਬਣਾਂਗੇ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ, ਸ਼ਬਦ ਦੇ ਪਾਵ ਉਪਦੇਸ਼ ਜੋ ਅਸੀਂ ਸ਼ਹੀਦਾਂ ਦੇ ਜੀਵਨ ਨੂੰ ਸਜਦਾ ਕਰਦਿਆਂ ਗੁਰਸਿੱਖੀ ਰੀਤ ਦੇ ਉੱਚ ਆਦਰਸ਼ਾਂ ਦੇ ਵਰਣਨ ਕੀਤਾ, ਸਾਡੇ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਵਸ ਜਾਏ। ਸਾਰਿਆਂ ਦੀ ਜਿਹੜੀ ਕਰਨੀ ਹੈ ਗੁਰੂ ਸ਼ਬਦ ਦੇ ਅਨੁਸਾਰ, ਗੁਰੂ ਦੇ ਪ੍ਰੀਤ ਅਨੁਸਾਰ ਬਣ ਜਾਏ ਜੀ। ਪਾਵਨ ਸ਼ਬਦ ਵਿਚਾਰ ਦੀ ਇਤਿਹਾਸਕ ਵਿਚਾਰ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।